ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਦੀਵੇ ਵਾਂਗ ਬਲਦੀ ਅੱਖ ਦੀ ਕਹਾਣੀ ਹੈ ਅੱਖਾਂ ਦੀ ਲਿਸ਼ਕ। ਮੈਂ ਦਫ਼ਤਰ ਤੋਂ ਘਰ ਪਰਤਿਆ। ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਹੈ। ਉਹਦੀਆਂ ਅੱਖਾਂ ਵਿੱਚ ਇੱਕ ਅਨੋਖੀ ਲਿਸ਼ਕ ਹੈ। ਇਹ ਲਿਸ਼ਕ ਪਤਾ ਨਹੀਂ ਕਿੰਨੇ ਚਿਰ ਪਿੱਛੋਂ ਆਈ ਹੈ। ਚਾਰ ਚੁਫੇਰੇ ਚੀਜ਼ਾਂ ਦੀ ਥੁੜ ਤੇ ਮਹਿੰਗ ਹੈ। ਇਨੀ ਦਿਨੀ ਅੱਖਾਂ ਦੀ ਲਿਸ਼ਕ ਹੋਰ ਵੀ ਥੋੜ੍ਹਵੀਂ ਤੇ ਮਹਿੰਗੀ ਹੁੰਦੀ ਜਾਂਦੀ ਹੈ। ਕੀ ਗੱਲ, ਬੜੀ ਚਹਿਕ ਰਹੀ ਹੈ? ਮੈਂ ਉਹਦੀਆਂ ਅੱਖਾਂ ਦੀ ਲਿਸ਼ਕ ਨਾਲ ਆਪਣੀਆਂ ਅੱਖਾਂ ਲਿਸ਼ਕਾਉਣ ਲਈ ਪੁੱਛਦਾ। ਸਾਹ ਵੀ ਤੇ ਲਵੋ, ਮੈਂ ਚਾਹ ਬਣਾ ਲਿਆਵਾਂ। ਉਹ ਮੇਰੀ ਉਤਾਵਲਤਾ ਬਣਾਈ ਰੱਖਣ ਲਈ ਬੜੀ ਚੰਚਲ ਅਦਾ ਨਾਲ ਆਖਦੀ ਹੈ ਤੇ ਰਸੋਈ 'ਚ ਚਲੀ ਜਾਂਦੀ ਹੈ। ਮੈਂ ਕਮੀਜ਼ ਪਤਲੂਨ ਲਾ ਕੇ ਕੁਰਸੀ ਦੀ ਪਿੱਠ ਤੇ ਵਗਾ ਮਾਰਦਾ ਤੇ ਪੰਥੀ ਮਾਰ ਕੇ ਮੰਜੇ ਤੇ ਬੈਠ ਜਾਂਦਾ। ਮੈਂ ਆਪਣੀ ਪਤਨੀ ਦੀਆਂ ਅੱਖਾਂ ਦੀ ਲਿਸ਼ਕ ਬਾਰੇ ਕੋਈ ਅਟਕਲ, ਕੋਈ ਅੰਦਾਜ਼ਾ ਲਾਉਣਾ ਚਾਹੁੰਦਾ ਤੇ ਜਦੋਂ ਵੀ ਮੈਂ ਦਫ਼ਤਰੋਂ ਪਰਤਦਾ ਮੇਰੀ ਪਤਨੀ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਰੰਤ ਮੈਨੂੰ ਘਰ ਦੀ ਕਿਸੇ ਚਿੰਤਾ 'ਚ ਨਾ ਉਲਝਾਵੇ। ਉਹ ਦਫ਼ਤਰੀ ਕੰਮਾਂ ਦਾ ਅਕੇਵਾਂ ਥਕੇਵਾਂ ਚੰਗੀ ਤਰ੍ਹਾਂ ਸਮਝਦੀ ਹੈ। ਫਿਰ ਵੀ ਮੈਨੂੰ ਚਾਹ ਦੀ ਪਿਆਲੀ ਫੜਾਉਂਦਿਆਂ ਉਹਦੇ ਮੂੰਹੋਂ ਕਈ ਵਾਰ ਸੁਤੇ ਸਿੱਧ ਨਿਕਲ ਜਾਂਦਾ ਹੈ। ਨਹਾਉਣ ਵਾਲੀ ਸਾਬਣ ਲੈਣ ਗਈ ਸੀ, ਕਿਤੋਂ ਨਹੀਂ ਮਿਲੀ, ਜਾਂ ਰਾਸ਼ਨ ਦਾ ਆਟਾ ਮਿਲਿਆ ਨਹੀਂ, ਅੱਜ ਚੱਕੀ ਵਾਲੇ ਤੋਂ ਲਿਆਈਆਂ ਤੇ ਉਸ ਰੌਣਜੇ ਨੇ ₹2.25 ਕਿਲੋ ਦਿੱਤਾ ਤੇ ਜਾਂ ਨਾ ਘਿਓ ਮਿਲਿਆ ਤੇ ਨਾ ਸੋਧਿਆ ਹੋਇਆ ਤੇਲ। ਹਾਰ ਕੇ ਸਰੋਂ ਦਾ ਤੇਲ ਲਿਆਈਆਂ। ਅਜਿਹੇ ਮੌਕੇ ਉੱਤੇ ਮੇਰੀ ਪਤਨੀ ਦੀਆਂ ਅੱਖਾਂ 'ਚ ਮਹੀਨ ਜਿਹੀ ਕਾਲਖ ਹੁੰਦੀ ਹੈ। ਮੈਂ ਆਮ ਤੌਰ ਤੇ ਕੋਈ ਟਰਕਾਊ ਜਿਹਾ ਜਵਾਬ ਦੇ ਦਿੰਦਾ ਜਿਹਦੇ ਨਾਲ ਤੁਰੀ ਹੋਈ ਗੱਲ ਉੱਥੇ ਹੀ ਰੁਕ ਜਾਏ ਤੇ ਉਹਦੀ ਥਾਂ ਕੋਈ ਹੋਰ ਗੱਲ ਤੁਰ ਪਵੇ। ਮੈਂ ਆਪਣੀ ਪਤਨੀ ਦੀਆਂ ਅੱਖਾਂ ਦੀ ਅੱਜ ਦੀ ਲਿਸ਼ਕ ਬਾਰੇ ਸੋਚਣ ਲੱਗਦਾ। ਸ਼ਾਇਦ ਕਿਸੇ ਸਾਕਸਗੀਰੀ 'ਚੋਂ ਕੋਈ ਸ਼ੁਭ ਖਬਰ ਆਈ ਹੋਵੇ। ਮੈਂ ਆਪਣੀ ਮੈਲੀ ਪਰ ਉਸੇ ਤਰ੍ਹਾਂ ਬੰਨੀ ਬਣਾਈ ਪਈ ਪੱਗ ਵਿੱਚੋਂ ਕਈ ਦਿਨਾਂ ਤੋਂ ਜੁੜ ਰਹੀ ਡਾਕ ਫਰੋਲਦਾ। ਕੋਈ ਨਵੀਂ ਚਿੱਠੀ ਨਹੀਂ, ਨਾਲੇ ਮੇਰੀ ਪਤਨੀ ਦੀਆਂ ਅੱਖਾਂ ਦੀ ਲਿਸ਼ਕ ਅਜਿਹੀ ਖਬਰ ਨਾਲੋਂ ਵੱਧ ਤਿੱਖੀ ਹੈ। ਸ਼ਾਇਦ ਕੋਈ ਲਾਟਰੀ ਨਿਕਲ ਆਈ ਹੋਵੇ। ਮੈਂ ਕਿਹਾ ਕੋਈ ਲਾਟਰੀ ਵਾਟਰੀ ਨਿਕਲ ਆਈ? ਮੈਂ ਕਮਰੇ 'ਚੋਂ ਹੀ ਆਵਾਜ਼ ਦਿੰਦਾ। ਬਸ ਲਾਟਰੀ ਸਮਝੋ। ਉਹ ਪਤੀਲੀ ਧੋ ਕੇ ਪਾਣੀ ਪਾਉਂਦਿਆਂ ਉੱਤਰ ਦਿੰਦੀ ਹੈ ਤੇ ਮੇਰੀ ਉਤਾਵਲਤਾ ਬਣੀ ਰਹਿਣ ਦਿੰਦੀ ਹੈ। ਇਸ ਸ਼ਹਿਰ 'ਚ ਜਿੱਥੇ ਹਰ ਮਿਸਟਰ ਏ ਤੇ ਮਿਸਿਜ਼ ਏ ਦਾ ਮਿਸਟਰ ਓ ਤੇ ਮਿਸਿਜ਼ ਓ ਨਾਲ ਰਹਿਣ ਸਹਿਣ ਦੇ ਮਿਆਰ ਦੇ ਪੱਖੋਂ ਮੁਕਾਬਲਾ ਚੱਲ ਰਿਹਾ ਹੈ, ਲਾਟਰੀ ਵੀ ਜੀਵਨ ਦਾ ਇੱਕ ਬੜਾ ਵੱਡਾ ਸਹਾਰਾ ਬਣੀ ਹੋਈ ਹੈ। ਤੇ ਮੇਰੀ ਪਤਨੀ ਨੂੰ ਵੀ ਮਿਸਿਜ਼ ਸੋਢੀ, ਮਿਸਿਜ਼ ਚਾਵਲਾ, ਮਿਸਿਜ਼ ਸ਼ਰਮਾ ਵਰਗੀਆਂ ਸੁਪਨੇ ਲੈਣ ਵਾਲੀਆਂ ਔਰਤਾਂ ਵਾਂਗ ਲਾਟਰੀ ਦੀਆਂ ਟਿਕਟਾਂ ਖਰੀਦਣ ਦਾ ਬੜਾ ਸ਼ੌਕ ਹੈ। ਕਦੀ ਉਹ ਆਪ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਨਾਂ ਲੈ ਕੇ ਟਿਕਟਾਂ ਦੀ ਦੱਥੀ ਖੋਲ੍ਹਦੀ ਹੈ ਤੇ ਟਿਕਟਾਂ ਵੇਚਣ ਵਾਲੇ ਭਾਈ ਨੂੰ ਸਾਹਮਣੇ ਆਈ ਟਿਕਟ ਪਾੜਨ ਲਈ ਆਖਦੀ ਹੈ ਤੇ ਕਦੀ ਉਹ ਸਨੇਹਪਾਲ ਜਾਂ ਚੇਤਨਾ ਦਾ ਹੱਥ ਲੁਆ ਕੇ ਟਿਕਟ ਖਰੀਦਦੀ ਹੈ ਤੇ ਫਿਰ ਉਹ ਉਹਨਾਂ ਟਿਕਟਾਂ ਦੇ ਨਤੀਜਿਆਂ ਦੀ ਉਡੀਕ ਕਰਨ ਲੱਗਦੀ ਹੈ। ਸਾਨੂੰ ਦਿੱਲੀ ਆਇਆ ਅਜੇ ਕੁਝ ਸਾਲ ਹੀ ਹੋਏ ਹਨ ਤੇ ਸਾਡੇ ਸਾਹਮਣੇ ਉਹ ਸਾਰੀਆਂ ਸਮੱਸਿਆਵਾਂ ਤੇ ਉਮੰਗਾਂ ਹਨ ਜੋ ਬਾਹਰੋਂ ਆ ਕੇ ਦਿੱਲੀ 'ਚ ਵਸੇ ਬੰਦੇ ਸਾਹਮਣੇ ਹੁੰਦੀਆਂ ਹਨ। ਜਿਸ ਮਕਾਨ 'ਚ ਅਸੀਂ ਕਿਰਾਏਦਾਰ ਹਾਂ, ਉਹਦੇ ਮਾਲਕ ਨੇ ਕਿਰਾਏਦਾਰ ਵਜੋਂ ਸਾਡੇ ਕਰਨ ਵਾਲੀਆਂ ਤੇ ਨਾ ਕਰਨ ਵਾਲੀਆਂ ਗੱਲਾਂ ਦੀ ਸੂਚੀ 'ਚ ਇਹ ਗੱਲ ਵੀ ਸ਼ਾਮਲ ਕੀਤੀ ਹੋਈ ਹੈ ਕਿ ਅਸੀਂ ਗਰਮ ਮਸਾਲਾ ਬਾਜ਼ਾਰ ਦਾ ਪੀਠਿਆ ਹੋਇਆ ਖਾਈਏ ਤੇ ਚਟਨੀ ਦੀ ਵਰਤੋਂ ਬੰਦ ਕਰ ਦਈਏ ਕਿਉਂਕਿ ਕੁੰਡੀ 'ਚ ਕੁਝ ਕੁੱਟਣ ਨਾਲ ਉਹਦੀ ਰਸੋਈ ਦਾ ਫਰਸ਼ ਤਿੜਕ ਜਾਏਗਾ। ਕਈ ਵਾਰ ਮੇਰੀ ਪਤਨੀ ਸਾਡੇ ਮਾਲਕ ਮਕਾਨ ਦੀਆਂ ਗੱਲਾਂ ਤੇ ਕਿਰਾਏਦਾਰ ਗੁਆਂਢਣਾਂ ਦੇ ਤਜਰਬੇ ਸੁਣਾ ਕੇ ਆਖਦੀ ਹੈ, ਇਹ ਮਕਾਨ ਮਾਲਕ ਵੀ ਰੱਬ ਨੇ ਅਜੀਬ ਚੀਜ਼ ਬਣਾਏ ਨੇ। ਮੈਂ ਉਹਦੇ ਖਿਜੇ ਹੋਏ ਮਨ ਨੂੰ ਸ਼ਾਂਤ ਕਰਨ ਲਈ ਆਖਦਾ, ਬਈ ਕਈਆਂ ਨੇ ਢਿੱਡ ਪੇਟ ਬੰਨ ਕੇ, ਕਈਆਂ ਨੇ ਕਰਜ਼ੇ ਲੈ ਕੇ, ਕੁਝ ਨੇ ਹੇਰ ਫੇਰ ਕਰਕੇ ਤੇ ਬਹੁਤਿਆਂ ਨੇ ਕਾਲੀ ਮੰਡੀ ਦੇ ਕਾਲੇ ਧਨ ਨਾਲ ਮਕਾਨ ਬਣਾਏ ਨੇ ਤੇ ਉਹਨਾਂ ਦਾ ਮੇਰ ਕਰਨ ਦਾ, ਸ਼ਰਤਾਂ ਮੜਨ ਦਾ ਹੱਕ ਹੈ। ਉਹ ਠੰਡਾ ਸਾਹ ਲੈ ਕੇ ਆਖਦੀ, ਤੁਸੀਂ DDA ਵਿੱਚ ਪੈਸੇ ਭਰੋ, ਭਾਵੇਂ ਕਿਤੋਂ ਭਰੋ, ਕਿਰਾਏ ਦੇ ਮਹਿਲਾਂ ਨਾਲੋਂ ਤਾਂ ਆਪਣੀ ਕੁੱਲੀ ਚੰਗੀ ਹੁੰਦੀ ਹੈ। ਮੈਂ ਤਾਂ ਪੁਦੀਨੇ ਦੀ ਚਟਨੀ ਖਾਣ ਨੂੰ ਵੀ ਤਰਸ ਗਈ ਹਾਂ। ਹੋ ਸਕਦਾ ਲਾਟਰੀ ਨਿਕਲੀ ਹੋਵੇ ਤੇ ਮੇਰੀ ਪਤਨੀ ਦੀਆਂ ਅੱਖਾਂ 'ਚ ਇੱਕ ਨਿੱਕੇ ਜਿਹੇ ਸੋਹਣੇ ਜਿਹੇ ਮਕਾਨ ਦਾ ਸੁਪਨਾ ਠੋਸ ਰੂਪ ਫੜ ਰਿਹਾ ਹੋਵੇ। ਆਪਣਾ ਮਕਾਨ ਜਿਸ ਵਿੱਚ ਉਹ ਸੁਤੰਤਰਤਾ ਨਾਲ ਰਹਿ ਸਕੇ ਤੇ ਜਦੋਂ ਜੀ ਕਰੇ ਪੁਦੀਨੇ ਦੀ ਚਟਨੀ ਕੁੱਟ ਸਕੇ। ਨਿੱਕੇ ਜਿਹੇ ਵਿਹੜੇ 'ਚ ਫੁੱਲ ਬੂਟਿਆਂ ਦੀਆਂ ਕਿਆਰੀਆਂ। ਕਿੰਨਾ ਸ਼ੌਕ ਹੈ ਫੁੱਲਾਂ ਦਾ ਸਾਡੀ ਬੱਚੀ ਚੇਤਨਾ ਨੂੰ ਤੇ ਅਸੀਂ ਵਿਚਕਾਰ ਲਟਕੇ ਹੋਏ ਹਾਂ। ਹੇਠਾਂ ਮਕਾਨ ਮਾਲਕ ਹੈ, ਉੱਪਰ ਦੂਜਾ ਕਿਰਾਏਦਾਰ ਤੇ ਗਮਲੇ ਰੱਖਣ ਲਈ ਵੀ ਚੱਜ ਦੀ ਥਾਂ ਸਾਡੇ ਕੋਲ ਨਹੀਂ। 6 ਸਾਲ ਦੀ ਵਿਚਾਰੀ ਚੇਤਨਾ ਨੂੰ ਕੀ ਪਤਾ। ਉਹ ਅਕਸਰ ਆਖਦੀ ਹੈ, ਪਿਤਾ ਜੀ ਛੱਡੋ ਇਹ ਮਕਾਨ, ਕੋਈ ਹੇਠਲਾ ਘਰ ਲਵੋ, ਮੈਂ ਵਿਹੜੇ 'ਚ ਆਪ ਫੁੱਲ ਲਾਇਆ ਕਰਾਂਗੀ, ਭਾਂਤ-ਭਾਂਤ ਦੇ ਰੰਗ ਬਰੰਗੇ ਫੁੱਲ। ਤੇ ਹੁਣ ਸ਼ਾਇਦ ਮੇਰੀ ਪਤਨੀ ਦੀਆਂ ਅੱਖਾਂ 'ਚ ਉੱਭਰੇ ਹੋਏ ਮਕਾਨ ਦੇ ਵਿਹੜੇ ਅੰਦਰ ਚੇਤਨਾ ਦੇ ਲਾਏ ਫੁੱਲ ਵੀ ਟਹਿਕ ਰਹੇ ਹਨ। ਫਿਰ ਨਿੱਕੀਆਂ ਮੋਟੀਆਂ ਚੀਜ਼ਾਂ ਵੀ ਆ ਜਾਣਗੀਆਂ ਤੇ ਅੱਜ ਕੱਲ੍ਹ ਕਿੰਨੀਆਂ ਹੀ ਚੀਜ਼ਾਂ ਹਨ ਜਿਨ੍ਹਾਂ ਦੀ ਘਰ 'ਚ ਬਹੁਤੀ ਲੋੜ ਹੋਵੇ ਜਾਂ ਨਾ, ਜਿਨ੍ਹਾਂ ਨੂੰ ਖਰੀਦਣ ਲਈ ਕੋਲ ਪੈਸੇ ਹੋਣ ਜਾਂ ਨਾ, ਪਰ ਜੋ ਬਾਬੂ ਤੋਂ ਲੈ ਕੇ ਅਫਸਰ ਤੱਕ, ਛੋਟੇ ਦੁਕਾਨਦਾਰ ਤੋਂ ਲੈ ਕੇ ਸੇਠ ਤੱਕ ਦੇ ਘਰ 'ਚ ਜ਼ਰੂਰੀ ਹੈ। ਮਿਕਸੀ ਤੋਂ ਲੈ ਕੇ ਫ੍ਰਿਜ ਤੱਕ, ਕੱਪੜੇ ਧੋਣ ਵਾਲੀ ਮਸ਼ੀਨ ਤੋਂ ਲੈ ਕੇ ਟੈਲੀਵਿਜ਼ਨ ਤੱਕ,
ਟੈਲੀਵਿਜ਼ਨ ਨੇ ਤਾਂ ਸਾਡੇ ਘਰ ਚੰਗਾ ਖਾਸਾ ਪੁਆੜਾ ਪਾਇਆ ਹੋਇਆ। ਬੱਚੇ ਆਖਦੇ ਹਨ ਹੋਰ ਕੁਝ ਦਿਓ ਨਾ ਦਿਓ, ਟੀਵੀ ਜ਼ਰੂਰ ਲੈ ਦਿਓ। ਸ਼ਨਿਚਰਵਾਰ ਤੇ ਐਤਵਾਰ ਨੂੰ ਟੀਵੀ ਉੱਤੇ ਆਉਂਦੀਆਂ ਫਿਲਮਾਂ ਕਾਰਨ ਤਾਂ ਬੱਚਿਆਂ ਦਾ ਅੰਦੋਲਨ ਹੋਰ ਵੀ ਤਿੱਖਾ ਹੋ ਜਾਂਦਾ ਹੈ। ਮੈਂ ਹਰ ਥੋੜੇ ਹੋਏ ਪਰ ਹੁਸ਼ਿਆਰ ਪਿਤਾ ਵਾਂਗ ਗੱਲ ਟਾਲ ਜਾਂਦਾ। ਬੱਚਿਓ, ਮੈਨੂੰ ਤੇ ਤੁਹਾਡੀ ਅੰਮੀ ਨੂੰ ਤਾਂ ਫਿਲਮਾਂ ਦੇਖਣ ਦਾ ਕੋਈ ਸ਼ੌਕ ਹੀ ਨਹੀਂ ਤੇ ਤੁਹਾਨੂੰ ਕੋਈ ਰੋਕ ਨਹੀਂ। ਖੰਨਾ ਅੰਕਲ ਦਾ ਟੀਵੀ ਆਪਣਾ ਹੀ ਹੈ ਨਾ, ਭਾਵੇਂ ਰੋਜ਼ ਦੇਖਦੇ ਰਹੋ। ਤੇ ਇੱਕ ਦਿਨ ਅਜਿਹੇ ਮੌਕੇ ਸਨੇਹਪਾਲ ਨੇ ਅੱਖਾਂ ਗਿੱਲੀਆਂ ਕਰਕੇ ਜਵਾਬ ਦਿੱਤਾ ਸੀ, ਉਹ ਮਨਮਰਜ਼ੀ ਨਾਲ ਚਲਾਉਂਦੇ ਨੇ ਤੇ ਮਨਮਰਜ਼ੀ ਨਾਲ ਪ੍ਰੋਗਰਾਮ ਨੂੰ ਬੇਸਵਾਦਾ ਕਹਿ ਕੇ ਬੰਦ ਕਰ ਦਿੰਦੇ ਨੇ। ਖਬਰਾਂ ਤਾਂ ਉਹ ਕਦੀ ਵੀ ਨਹੀਂ ਚਲਾਉਂਦੇ। ਤੇ ਉਹ ਰੋਸ ਵਿੱਚ ਕਮਰਿਓਂ ਬਾਹਰ ਚਲਾ ਗਿਆ ਸੀ। ਉਹਦੇ ਜਾਣ ਪਿੱਛੋਂ ਮੇਰੀ ਪਤਨੀ ਨੇ ਕਿਹਾ ਸੀ, ਬੜੀ ਮਜਬੂਰੀ ਹੈ। ਸਨੇਹ ਬੜਾ ਸੈਂਸਿਟਿਵ ਮੁੰਡਾ ਹੈ। ਕੱਲ ਇਹ ਭਾਰਤ ਇੰਗਲੈਂਡ ਮੈਚ ਦੇਖਣ ਗਿਆ। ਮਿਸਿਸ ਖੰਨਾ ਨੇ ਟੀਵੀ ਲਾਉਣ ਦੀ ਥਾਂ ਇਹ ਆਖ ਕੇ ਟਾਲ ਦਿੱਤਾ, ਮੈਚ 'ਚ ਕੀ ਪਿਆ ਬੇਟਾ, ਤੇ ਆਪਣੀ ਟੀਮ ਦੀ ਪਿਟਾਈ ਤਾਂ ਹੋ ਹੀ ਰਹੀ ਹੈ ਤੇ ਇਹ ਘਰ ਆ ਕੇ ਕਿੰਨਾ ਹੀ ਚਿਰ ਬੁੜਬੁੜ ਕਰਦਾ ਰਿਹਾ। ਚਲੋ, ਪਤਨੀ ਦਾ ਮਕਾਨ ਬਣੇਗਾ ਤਾਂ ਚੇਤਨਾ ਦੇ ਫੁੱਲ ਵੀ ਲੱਗ ਜਾਣਗੇ ਤੇ ਸਨੇਹ ਦਾ ਟੀਵੀ ਵੀ ਆ ਜਾਏਗਾ। ਹੱਦ ਹੋ ਗਈ, ਇੰਨਾ ਚਿਰ ਅਜੇ ਚਾਹ ਨਹੀਂ ਬਣੀ। ਮੈਂ ਰਸੋਈ 'ਚ ਗਈ ਹੋਈ ਪਤਨੀ ਨੂੰ ਆਵਾਜ਼ ਦਿੰਦਾ, ਬਸ ਦੁੱਧ ਪਾਤਾ ਹੈ, ਉਬਲਣ ਵਾਲੀ ਹੈ, ਹੁਣੇ ਲਿਆਈ। ਉਹ ਆਖਦੀ ਹੈ ਤੇ ਗਿਲਾ ਕਰਦੀ ਹੈ। ਤੇਲਾਂ ਨੂੰ ਪਤਾ ਨਹੀਂ ਕੀ ਅੱਗ ਲੱਗ ਗਈ। ਸਟੋਵ ਦੀਆਂ ਬੱਤੀਆਂ ਮੱਚ ਕੇ ਸੇਕ ਦੇਣ ਦੀ ਥਾਂ ਸੂੰ ਕਰਕੇ ਧੁਖਦੀਆਂ ਰਹਿੰਦੀਆਂ ਨੇ। ਪਰ ਅੱਜ ਉਹਦੇ ਬੋਲ ਪਹਿਲਾਂ ਵਾਂਗ ਅੱਕੇ ਤੇ ਮਰੇ ਹੋਏ ਨਹੀਂ। ਸ਼ਾਇਦ ਉਹਦੀਆਂ ਅੱਖਾਂ ਵਿਚਲੀ ਲਿਸ਼ਕ ਵਿੱਚ ਬੱਤੀਆਂ ਵਾਲੇ ਸਟੋਵ ਤੋਂ ਕੁਕਿੰਗ ਗੈਸ ਵੱਲ ਤਬਦੀਲੀ ਵੀ ਸ਼ਾਮਲ ਹੋਵੇ। ਦਿੱਲੀ ਵਰਗੇ ਵੱਡੇ ਸ਼ਹਿਰ 'ਚ ਆਉਣ ਤੋਂ ਪਹਿਲਾਂ ਪਿੰਡ 'ਚ ਚੁੱਲ੍ਹੇ 'ਚ ਮੱਚਦੀਆਂ ਅਖਰੋਟਾਂ ਵਰਗੀਆਂ ਖਰਪਾੜਾਂ ਤੇ ਪਾਥੀਆਂ ਦੇ ਬੁਰਜਾਂ ਵਰਗੇ ਗਹੀਰੇ ਮੈਨੂੰ ਚੇਤੇ ਆਉਂਦੇ ਹਨ, ਜਿਨ੍ਹਾਂ ਨੂੰ ਇੱਥੇ ਆ ਕੇ ਮੇਰੀ ਪਤਨੀ ਕਿੰਨੇ ਮਹੀਨੇ ਝੂਰਦੀ ਰਹੀ ਸੀ। ਮੈਨੂੰ ਇੱਕ ਦਿਲਚਸਪ ਘਟਨਾ ਯਾਦ ਆ ਜਾਂਦੀ ਹੈ। ਦਿੱਲੀ ਆ ਕੇ ਰਾਸ਼ਨ ਕਾਰਡ ਬਣਵਾਉਣ ਦੇ ਚੱਕਰ 'ਚ ਕਈ ਹਫ਼ਤੇ ਮਹਿੰਗੇ ਭਾਅ ਦਾ ਲੈ ਖਾਧਾ। ਆਖਰ ਸ਼ੁਕਰ ਕਰਕੇ ਰਾਸ਼ਨ ਕਾਰਡ ਬਣ ਗਿਆ। ਪਹਿਲੀ ਵਾਰ ਖੁਸ਼ੀ ਥੈਲੇ ਲੈ ਕੇ ਮੇਰੀ ਪਤਨੀ ਹਫ਼ਤੇ ਦਾ ਰਾਸ਼ਨ ਲੈਣ ਗਈ। ਉਹ ਘਰ ਪਰਤੀ ਤਾਂ ਉਹਦੀਆਂ ਅੱਖਾਂ ਦੀ ਲਿਸ਼ਕ ਉੱਕਾ ਹੀ ਲੋਪ ਸੀ। ਸਗੋਂ ਤਾਂ ਪਾਣੀ ਦੀ ਪਤਲੀ ਤਹਿ ਨਾਲ ਸਿੱਲੀਆਂ ਹੋਈਆਂ ਪਈਆਂ ਸਨ। ਉਹ ਚੁੱਪਚਾਪ ਬੜੀ ਬੇਦਿਲੀ ਨਾਲ ਮੰਜੇ ਉੱਤੇ ਆ ਬੈਠੀ ਸੀ। ਮੈਂ ਡਰ ਗਿਆ ਸੀ, ਕਿਤੇ ਕਿਸੇ ਨੇ ਰਾਹ ਲੰਘਦਿਆਂ ਕੋਈ ਚੁੱਭਵਾਂ ਮਖੌਲ ਤਾਂ ਨਹੀਂ ਸੀ ਕਰਤਾ, ਕਿਤੇ ਬਾਕੀ ਪੈਸੇ ਤਾਂ ਨਹੀਂ ਸੀ ਗੁਆਚ ਗਏ, ਕਿਤੇ ਕੋਈ ਹੋਰ ਮਾੜੀ ਗੱਲ ਤਾਂ ਨਹੀਂ ਸੀ ਹੋ ਗਈ ਕਿਤੇ। ਤੇ ਮੇਰੀ ਪਤਨੀ ਇੱਕੋ ਥੈਲੇ ਵਿੱਚੋਂ ਬਾਕੀ ਖਾਲੀ ਥੈਲੇ, ਆਟੇ ਵਾਲਾ ਲਿਫਾਫਾ, ਸੂਜੀ, ਮੈਦੇ, ਚੌਲਾਂ ਤੇ ਖੰਡ ਵਾਲੀਆਂ ਪੁੜੀਆਂ ਮੰਜੇ ਤੇ ਢੇਰੀ ਕਰਦਿਆਂ ਰੋ ਪਈ। ਕਿੱਥੇ ਪਿੰਡ ਘਰ ਦੇ ਦਾਣਿਆਂ ਦੀਆਂ ਭਰੀਆਂ ਹੋਈਆਂ ਬੋਰੀਆਂ ਖੋਲਿਆ ਕਰਦੇ ਸੀ, ਕਿਤੇ ਹੁਣ ਆ ਰਾਸ਼ਨ ਦੀਆਂ ਪੁੜੀਆਂ ਖੋਲਿਆ ਕਰਾਂਗੇ। ਉਹ ਰੋਈ ਜਾਂਦੀ ਸੀ, ਮੈਂ ਹੱਸੀ ਜਾਂਦਾ ਸੀ। ਉਹ ਹਰ ਸਾਲ ਫਰਵਰੀ ਮਾਰਚ ਵਿੱਚ ਆਖਦੀ ਹੈ, ਇਹ ਰਾਸ਼ਨ ਲਈ ਡਿਪੂ ਉੱਤੇ ਗੇੜੇ ਮਾਰਨਾ, ਲਾਈਨਾਂ 'ਚ ਖਲੋਣਾ ਤੇ ਪੁੜੀਆਂ ਲੈ ਕੇ ਆਉਣਾ ਬੜਾ ਕਹਿਰ ਹੈ। ਇਸ ਵਾਰ ਕਿਤੋਂ ਵੀ ਪੈਸੇ ਦਾ ਪ੍ਰਬੰਧ ਕਰੀਏ, ਅਪ੍ਰੈਲ ਮਈ 'ਚ ਸਾਲ ਦੀ ਕਣਕ ਲੈ ਲਈਏ। ਪਰ ਫਿਰ ਉਹ ਸਵਾਲ ਸਾਹਮਣੇ ਆ ਖਲੋਂਦਾ, ਕਿੱਥੋਂ, ਤੇ ਅਪ੍ਰੈਲ ਮਈ ਲੰਘ ਜਾਂਦੇ ਆ। ਮੇਰੀ ਪਤਨੀ ਢਿੱਲੀਆਂ ਲੱਤਾਂ ਵਾਲਾ ਸਟੂਲ ਖਿੱਚ ਕੇ ਮੇਰੇ ਮੰਜੇ ਕੋਲ ਕਰਦੀ ਹੈ ਤੇ ਉਸ ਉੱਤੇ ਚਾਹ ਦੇ 2 ਪਿਆਲੇ ਰੱਖ ਦਿੰਦੀ ਹੈ। ਆਮ ਕਰਕੇ ਮੇਰੇ ਦਫ਼ਤਰੋਂ ਪਰਤਣ ਸਮੇਂ 1 ਪਿਆਲਾ ਚਾਹ ਹੀ ਬਣਦੀ ਹੈ, ਕਿਉਂਕਿ ਮੇਰੀ ਪਤਨੀ ਦਾ ਸ਼ਾਮ ਨੂੰ ਉਹਦੇ ਕਹਿਣ ਅਨੁਸਾਰ ਚਾਹ ਨੂੰ ਦਿਲ ਨਹੀਂ ਕਰ ਰਿਹਾ ਹੁੰਦਾ ਤੇ ਚਾਹ ਉਹਨੂੰ ਗਰਮੀ ਵੀ ਤਾਂ ਕਰਦੀ ਹੈ। ਵੈਸੇ ਸ਼ਾਇਦ ਉਹਦੇ ਦਿਲ ਨਾ ਕਰਨ ਦਾ ਜਾਂ ਚਾਹ ਦੇ ਗਰਮ ਤਾਸੀਰ ਵਾਲੀ ਹੋਣ ਦਾ ਕਾਰਨ ਖੰਡ ਦਾ 5.5 ਰੁਪਏ ਕਿਲੋ ਤੇ ਦੁੱਧ ਦਾ 3.25 ਰੁਪਏ ਲੀਟਰ ਹੋਣਾ। ਪਰ ਅੱਜ ਉਹਦੀ ਖੁਸ਼ੀ ਨੇ ਉਹਦਾ ਦਿਲ ਚਾਹ ਨੂੰ ਕਰਨ ਲਾ ਦਿੱਤਾ। ਮੈਂ 1 ਪਿਆਲੀ ਉਹਦੇ ਹੱਥ 'ਚ ਦਿੰਦਾ ਤੇ ਦੂਜੀ ਵਿੱਚੋਂ ਆਪ ਘੁੱਟ ਭਰਦਾ। ਚਾਹ ਅੱਜ ਬੜੀ ਸਵਾਦ ਬਣੀ ਹੋਈ ਹੈ। ਦੂਜੀ ਘੁੱਟ ਮੈਂ ਜੀਭ ਉੱਤੇ ਅਟਕਾ ਕੇ ਉਹਦਾ ਰਸ ਲੈਂਦਾ। ਫਿਰ ਮੈਂ ਕਾਹਲੀ ਨਾਲ ਕਹਿੰਦਾ, ਕੁਛ ਦੱਸ ਵੀ, ਕੱਲੀ ਖੁਸ਼ ਹੋਈ ਫਿਰਦੀ ਹੈ। ਭਲਾ ਤੁਸੀਂ ਬੁੱਝੋ ਕੀ ਗੱਲ ਹੋ ਸਕਦੀ ਹੈ ਅਜਿਹੀ। ਉਹਦੀਆਂ ਅੱਖਾਂ ਸ਼ਰਾਰਤ ਨਾਲ ਹੋਰ ਲਿਸ਼ਕ ਪੈਂਦੀਆਂ। ਮੈਂ ਦਫ਼ਤਰ ਦਾ ਸਾਰਾ ਅਕੇਵਾਂ ਥਕੇਵਾਂ ਭੁੱਲ ਜਾਣਾ। ਜਾਪਦਾ ਉਹਦੀਆਂ ਅੱਖਾਂ ਦੀ ਲਿਸ਼ਕ ਦੂਜੇ ਦੀਵੇ ਨੂੰ ਲੱਗਦੀ ਦੀਵੇ ਦੀ ਲੋ ਵਾਂਗ ਮੇਰੀਆਂ ਅੱਖਾਂ ਵਿੱਚ ਵੀ ਪ੍ਰਵੇਸ਼ ਕਰਦੀ ਜਾ ਰਹੀ ਹੈ। ਬਈ ਬਹੁਤੀਆਂ ਬੁਝਾਰਤਾਂ ਨਾ ਪਾ, ਮੈਂ ਰੁੱਸਣ ਵਾਂਗ ਆਖਦਾ। ਅੱਜ ਮੈਂ ਮਿਸਿਸ ਮਹਿਤਾ ਨੂੰ ਮਿਲਣ ਗਈ ਸੀ। ਮੇਰੇ ਬੈਠਿਆਂ ਕਪਤਾਨ ਮਹਿਤਾ ਦੇ ਕੈਂਟੀਨ ਤੋਂ ਭੇਜੇ 4-4 ਕਿਲੋ ਘਿਓ ਦੇ 2 ਡੱਬੇ ਆ ਗਏ। ਇੱਕ ਮੈਂ ਚੁੱਕ ਲਿਆਈ ਹਾਂ। ਉਹ ਹੁੱਬ ਕੇ ਦੱਸਦੀ ਹੈ। ਮੈਂ ਚਾਹ ਦੀ ਘੁੱਟ ਭਰਦਾ। ਪਈ ਚਾਹ ਕੁਝ ਕੌੜੀ ਜੀ ਹੋ ਗਈ ਹੈ ਤੇ ਠੰਡੀ ਵੀ ਹੋ ਗਈ ਹੈ। ਮੇਰੀਆਂ ਅੱਖਾਂ ਦੀ ਲਿਸ਼ਕ ਇੱਕਦਮ ਬੁੱਝ ਜਾਂਦੀ ਹੈ। ਧੰਨਵਾਦ। ਅਗਲੀ ਕਹਾਣੀ ਹਰ ਮੁਟਿਆਰ ਸੁਨੀਤਾ ਹੈ। ਉਸ ਦਿਨ ਮੈਂ ਅੰਗਰੇਜ਼ੀ ਦੀ ਕੋਈ ਲਿਖਤ ਟਾਈਪ ਕਰਵਾਉਣੀ ਸੀ ਤੇ ਆਪਣੇ ਦੋਸਤ ਸ਼ਰਮਾ ਦੇ ਦਫ਼ਤਰ ਚਲਾ ਗਿਆ ਸੀ। ਚਾਹ ਦੀ ਪਿਆਲੀ ਪੀਣ ਪਿੱਛੋਂ ਸ਼ਰਮਾ ਘੰਟੀ ਦੇ ਬਟਨ ਉੱਤੇ ਹੱਥ ਰੱਖਣ ਲੱਗਿਆ ਸੀ ਕਿ ਦਰਵਾਜ਼ਾ ਖੁੱਲਿਆ। ਇੱਕ ਨੌਜਵਾਨ ਟਾਈਪ ਕੀਤੇ ਹੋਏ ਕੁਝ ਕਾਗਜ਼ ਲੈ ਕੇ ਅੰਦਰ ਆਇਆ। ਰੰਗਾਨਾਥਨ, मैं तुम्हें ही बुलाने लगा था, शर्मा बोलिया।
ਰੰਗਾਨਾਥਨ ਕਾਫੀ ਪੱਕੇ ਰੰਗ ਦਾ ਲੰਮਾ ਚੌੜਾ ਗੱਭਰੂ ਸੀ, ਜ਼ਰਾ ਮੋਟੇ ਬੁੱਲ ਪਰ ਸਧਾਰਨ ਤੋਂ ਕੁਝ ਕੁ ਵੱਡੇ ਚਿੱਟੇ ਦੰਦਾਂ ਨੂੰ ਕੱਜ ਕੇ ਰੱਖਣ ਤੋਂ ਅਸਮਰਥ। ਉਹ ਬੋਲਿਆ ਕੁਝ ਨਾ, ਸ਼ਾਇਦ ਉਹ ਸਮਝਦਾ ਸੀ ਕਿ ਬੁਲਾਉਣ ਦਾ ਭਾਵ ਨਵਾਂ ਕੁਝ ਟਾਈਪ ਲਈ ਦੇਣਾ ਹੀ ਹੋਏਗਾ। ਉਹਨੇ ਹੱਥ ਵਿਚਲੇ ਕਾਗਜ਼ ਮੇਜ਼ ਉੱਤੇ ਰੱਖ ਦਿੱਤੇ ਤੇ ਹੋਰ ਕਾਗਜ਼ ਫੜਨ ਲਈ ਹੱਥ ਅੱਗੇ ਵਧਾ ਦਿੱਤਾ। ਦਰਵਾਜ਼ਾ ਖੋਲ ਕੇ ਉਹ ਬਾਹਰ ਜਾਣ ਲੱਗਿਆ ਤਾਂ ਸ਼ਰਮਾ ਨੇ ਫੇਰ आवाज ਦਿੱਤੀ, मिस्टर रंगानाथन, अरे मैं तो भूल ही गया, तुम्हारे काम की बात थी, इधर आओ, मिलाऊं। शर्मा ने मेरे ਵੱਲ ਹੱਥ ਕੀਤਾ ਤੇ ਰੰਗਾਨਾਥਨ ਦਰਵਾਜ਼ਾ ਛੱਡ ਕੇ ਮੇਰੇ ਕੋਲ ਆ ਕੇ ਗੁੱਡ ਨੋਨ ਸਰ ਕਹਿ ਕੇ ਖੜਾ ਹੋ ਗਿਆ। ਸ਼ਰਮਾ ਨੇ ਦੱਸਿਆ ਕਿ ਰੰਗਾਨਾਥਨ ਕਿਸੇ ਟਾਈਪਿਸਟ ਦੇ ਲੰਮੀ ਛੁੱਟੀ ਜਾਣ ਕਾਰਨ ਰੱਖਿਆ ਗਿਆ ਤੇ ਬੜਾ ਸਾਊ ਤੇ ਮਿਹਨਤੀ ਨੌਜਵਾਨ ਹੈ। ਤੇ ਫਿਰ ਉਹਨੇ ਰੰਗਾਨਾਥਨ ਵੱਲ ਮੂੰਹ ਕਰਕੇ ਕਿਹਾ, रंगानाथन, ये हमारे दोस्त हैं मिस्टर सिंह, बहुत अच्छा लिखते हैं। इनकी एक कहानी की फिल्म भी बन रही है, सपना और हकीकत, और उसकी हीरोइन मिस सुनीता है। ये उसके बहुत अच्छे दोस्त हैं। रंगानाथन ਦੀਆਂ ਬਾਛਾਂ ਖਿੜ ਗਈਆਂ। ਸਾਬ ਸੱਚ? ਮੇਰੇ ਕੁਝ ਸਮਝ ਨਹੀਂ ਸੀ ਪੈ ਰਿਹਾ, ਕਿੱਧਰ ਮੈਂ, ਕਿੱਧਰ ਫਿਲਮੀ ਕਹਾਣੀਆਂ, ਕਿੱਧਰ मिस सुनीता। हाँ, शर्मा ने कहा, जाओ अपनी फाइल लाके दिन इनसे सारी बात करो, शायद तुम्हारी किस्मत की ही बात हो कि आज ये यहाँ आए हैं। रंगानाथन अपनी फाइल लैन चला गया तो मिस्टर शर्मा ने मेरियां सवाली नज़रां ताड़ के मुस्कुराउंदियां होया मैनूं दस्सिया कि फिल्म स्टार मिस सुनीता दा बुरी तरह आशिक है ते बड़ा दिलचस्प बंदा है। रंगानाथन गुलाबी रंग दी फाइल लैके आ गया ते मेरे कहण उत्ते झिझकदा कुर्सी लैके मेरे कोल बैठ गया। शर्मा दे फोन दी घंटी खड़की ते ਉਹ ਕੁਝ ਕਾਗਜ਼ ਚੁੱਕ ਕੇ ਕਿਸੇ ਕੰਮ ਉੱਪਰਲੇ ਫਲੋਰ ਉੱਤੇ ਚਲਾ ਗਿਆ ਤੇ ਸ਼ਰਮਾ ਦੇ ਜਾਂਦਿਆਂ ਹੀ ਰੰਗਾਨਾਥਨ ਦੀ ਝਿਜਕ ਲੈ ਗਈ। ਸਾਬ ਬਾਤ ਇਹ ਹੈ, ਰੰਗਾਨਾਥਨ ਕੁਝ ਕਹਿਣਾ ਚਾਹੁੰਦਾ ਸੀ। ਪਹਿਲੇ ਮੁਝੇ ਫਾਈਲ ਦੇ ਦਿਓ। ਮੈਂ ਉਹਦੇ ਹੱਥੋਂ ਫਾਈਲ ਫੜ ਕਾਗਜ਼ ਫਰੋਲਣ ਲੱਗਿਆ। ਪਹਿਲਾ ਕਾਗਜ਼ ਰੰਗਾਨਾਥਨ ਵੱਲੋਂ ਮਿਸ ਸੁਨੀਤਾ ਨੂੰ ਲਿਖੀ ਹੋਈ ਇੱਕ ਚਿੱਠੀ ਦੀ ਨਕਲ ਸੀ। ਇਹ ਉਹਨੇ ਫਿਲਮ ਦਰਦ ਕੇ ਫੂਲ ਵੇਖ ਕੇ ਲਿਖੀ ਸੀ। ਫਿਲਮ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਲੱਗਦਾ ਸੀ। ਮੈਂ ਕਾਗਜ਼ ਪਰਤਣ ਲੱਗਿਆ ਤਾਂ ਉਹਨੇ ਪੁੱਛਿਆ ਕਿ ਮੈਂ ਇਹ ਫਿਲਮ ਵੇਖੀ ਸੀ ਜਾਂ ਨਹੀਂ। ਮੈਂ ਉਹਨੂੰ ਦੱਸਿਆ ਕਿ ਇਸ ਫਿਲਮ ਦੀ ਤਾਰੀਫ ਤਾਂ ਮੈਂ ਬੜੀ ਸੁਣੀ ਸੀ ਪਰ ਵੇਖਣ ਦਾ ਮੌਕਾ ਨਹੀਂ ਮਿਲਿਆ। रंगानाथन ने सिर मारिया, साहब शायद किसी थिएटर में मॉर्निंग शो में लगे जरूर देखना। साहब मिस सुनीता का काम क्या है? ਉਹ ਇੱਕ ਪਲ ਚੁੱਪ ਕਰ ਗਿਆ, ਜਿਵੇਂ ਉਹਨੂੰ ਆਪਣਾ ਅਹਿਸਾਸ ਪ੍ਰਗਟ ਕਰਨ ਲਈ ਸ਼ਬਦ ਨਾ ਮਿਲਦਾ ਹੋਵੇ, ਤੇ ਫਿਰ ਸੱਜਾ ਹੱਥ ਹਵਾ 'ਚ ਲਹਿਰਾ ਕੇ ਅੱਖਾਂ ਅੱਧੀਆਂ ਮੀਟਦੀਆਂ ਨਿਸ਼ਚਈ ਹੋ ਕੇ ਬੋਲਿਆ, ਸਾਹਿਬ ਬਿਊਟੀਫੁਲ। ਅੱਗੇ ਇੱਕ ਸਫੈਦ ਕਾਗਜ਼ ਲਾ ਕੇ ਇਸ ਚਿੱਠੀ ਦੀ ਰਜਿਸਟਰੀ ਦੀ ਡਾਕਖਾਨੇ ਵੱਲੋਂ ਦਿੱਤੀ ਗਈ ਰਸੀਦ ਚੇਪੀ ਹੋਈ ਸੀ ਤੇ ਉਹਦੇ ਹੇਠਾਂ ਮਿਸ ਸੁਨੀਤਾ ਦੀ ਐਕਨੋਲੇਜਮੈਂਟ ਉਹਦੇ ਸੈਕਟਰੀ ਦੇ ਦਸਖਤ ਸਨ ਸ਼ਾਇਦ ਉਸ ਉੱਤੇ। ਮੈਂ ਉਹਦੀ ਚਿੱਠੀ ਦੇ ਜਵਾਬ ਬਾਰੇ ਪੁੱਛਿਆ। ਰੰਗਾਨਾਥਨ ਦਾ ਕਹਿਣਾ ਸੀ ਕਿ ਇੱਕ ਤਾਂ ਅਜਿਹੀਆਂ ਪ੍ਰਸ਼ੰਸਾ ਵਾਲੀਆਂ ਚਿੱਠੀਆਂ ਸੈਂਕੜਿਆਂ ਦੀ ਗਿਣਤੀ 'ਚ ਜਾਂਦੀਆਂ ਹੋਣਗੀਆਂ ਤੇ ਇਹਨਾਂ ਵਿੱਚ ਜਵਾਬ ਦੇਣ ਵਾਲੀ ਗੱਲ ਵੀ ਕਿਹੜੀ ਹੁੰਦੀ ਹੈ, ਤੇ ਨਾਲੇ ਸਭ ਸੁਣਾ ਹੈ ਕਿ ਮਿਸ ਸੁਨੀਤਾ को बहुत अच्छा एक्ट्रेस होने की वजह से फुर्सत बिल्कुल नहीं मिलता। ਅੱਗੇ ਕੁਝ ਇਹੋ ਜਿਹੀਆਂ ਹੀ ਚਿੱਠੀਆਂ ਤੇ ਡਾਕਖਾਨੇ ਦੀਆਂ ਰਸੀਦਾਂ ਤੇ ਐਕਨੋਲੇਜਮੈਂਟਾਂ ਸਨ। ਜਵਾਬ ਕਿਸੇ ਦਾ ਨਹੀਂ ਸੀ ਆਇਆ ਹੋਇਆ। ਅੰਤ ਉੱਤੇ ਲੱਗੀ ਚਿੱਠੀ 'ਚ ਰੰਗਾਨਾਥਨ ਨੇ ਮਿਸ ਸੁਨੀਤਾ ਨੂੰ ਵਿਆਹ ਦੀ ਤਜਵੀਜ਼ ਦਿੱਤੀ ਹੋਈ ਸੀ। ਲਿਖਿਆ ਸੀ ਕਿ ਬਹੁਤ ਅਮੀਰ ਜਾਂ ਸੁੰਦਰ ਤਾਂ ਨਹੀਂ ਹੈ, ਪਰ ਮਿਸ ਸੁਨੀਤਾ ਵਰਗੀ ਕੁੜੀ ਲਈ ਪਤੀ ਯਕੀਨਨ ਬਹੁਤ ਚੰਗਾ ਬਣ ਸਕਦਾ ਹੈ। ਉਹਨੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਉਹਦੇ ਗਲੈਮਰ ਨੂੰ ਪਿਆਰ ਨਹੀਂ ਕਰਦਾ, ਸਗੋਂ ਉਹਦੀ ਕਲਾ ਦਾ ਪ੍ਰੇਮੀ ਹੈ। ਉਹ ਤੋਂ ਅਗਲੇ ਸਫੈਦ ਕਾਗਜ਼ ਉੱਤੇ ਕਾਇਦੇ ਅਨੁਸਾਰ ਡਾਕਖਾਨੇ ਦੀ ਰਸੀਦ ਤੇ ਮਿਸ ਸੁਨੀਤਾ ਦੀ ਐਕਨੋਲੇਜਮੈਂਟ ਦੀਆਂ ਚੇਪੀਆਂ ਹੋਈਆਂ ਸਨ। ਤੇ ਬਸ, ਤੇ ਹੁਣ ਰੰਗਾਨਾਥਨ ਇਸ ਚਿੱਠੀ ਦੇ ਜਵਾਬ ਦੀ ਉਡੀਕ 'ਚ ਸੀ। ਉਹਨੂੰ ਭਰੋਸਾ ਸੀ ਕਿ ਇਹਦਾ ਜਵਾਬ ਜ਼ਰੂਰ ਆਏਗਾ। ਇਹ ਚਿੱਠੀ ਪਹਿਲੀਆਂ ਵਾਂਗ ਉਹਦੀਆਂ ਫਿਲਮਾਂ ਬਾਰੇ ਨਹੀਂ ਸੀ, ਸਗੋਂ ਉਹਦੇ ਨਿੱਜੀ ਜੀਵਨ ਬਾਰੇ ਸੀ। ਤੇ ਨਾਲੇ ਆਖਰ ਮਿਸ ਸੁਨੀਤਾ ਵੀ ਤਾਂ ਮੁਟਿਆਰ ਸੀ, ਇੱਧਰ ਇਕੱਲਾ ਰੰਗਾਨਾਥਨ ਹੀ ਨਹੀਂ, ਉਹ ਵੀ ਤਾਂ ਆਪਣੀ ਸ਼ਾਦੀ ਬਾਰੇ ਸੋਚ ਰਹੀ ਹੋਏਗੀ। ਤੇ ਸ਼ਰਮਾ ਵਾਪਸ ਆਇਆ ਤੇ ਬੋਲਿਆ, ਕਿਉਂ ਮਿਸਟਰ ਸਿੰਘ, ਦੇਖ ਲਈ ਸਾਰੀ ਫਾਈਲ? ਮੇਰਾ ਦਿਲ ਕੀਤਾ ਰੰਗਾਨਾਥਨ ਨੂੰ ਕਹਾਂ ਕਿ ਉਹ ਕਿਹੜੀ ਉਜੜ 'ਚ ਪੈ ਗਿਆ ਸੀ, ਪਰ ਉਹਦੇ ਮੂੰਹ ਵੱਲ ਵੇਖ ਕੇ ਮੇਰਾ ਇਹ ਆਖਣ ਨੂੰ ਦਿਲ ਨਾ ਕੀਤਾ। ਤੇ ਜ਼ਰੂਰ ਜੋ ਹੋਗਾ ਜ਼ਰੂਰ ਕਰੂੰਗਾ। ਆ ਕੇ ਮੈਂ ਦੋਵਾਂ ਨਾਲ ਹੱਥ ਮਿਲਾਇਆ ਤੇ ਉੱਥੋਂ ਤੁਰ ਆਇਆ। 2-3 ਦਿਨਾਂ ਪਿੱਛੋਂ ਟਾਈਪ ਤੇ ਕਾਗਜ਼ ਦੇਣ ਰੰਗਾਨਾਥਨ ਮੇਰੇ ਦਫ਼ਤਰ ਆਇਆ। ਸਾਹਿਬ ਅਬ ਆਪ ਬੰਬਈ ਕਬ ਜਾਏਂਗੇ? ਕਾਗਜ਼ਾਂ ਦਾ ਲਿਫਾਫਾ ਮੇਰੇ ਅੱਗੇ ਰੱਖ ਕੇ ਉਹਨੇ ਸਵਾਲ ਕੀਤਾ। ਜਦੋਂ ਜਾਵਾਂਗਾ ਉਹਨੂੰ ਦੱਸ ਕੇ ਜਾਵਾਂਗਾ। मैं ਉਹਨੂੰ ਯਕੀਨ ਕਰਵਾਇਆ ਤੇ ਗੱਲ ਪਾਸੇ ਪਾਉਣ ਲਈ ਮੈਂ ਉਹਨੂੰ ਪੁੱਛਿਆ, रंगानाथन, जिस लड़की ने रिसेप्शन से तुम्हें इधर मेरे कमरे में भेजा है उसे ध्यान से देखा? साउथ इंडियन है वो भी। देखा साहब, कोई खास बात नहीं, आम लड़कियों जैसी लड़की है, बोले। बस रंगानाथन, मैं हंसिया। धोखा खा गए ना?
वो आम नहीं, खास लड़की है, बहुत सुंदर, शरीफ, समझदार और सबसे बड़ी बात सुनीता से मिलती जुलती शक्ल। भाई सुनीता की तो कह नहीं सकता, इससे कहो तो शादी करवा दूं। मैं ਉਂਝ कहता सुनीता नाल तो साडी रिसैप्शनिस्ट ਦਾ ਕੁਝ ਵੀ ਮਿਲਦਾ ਜੁਲਦਾ नहीं ਸੀ। रंगानाथन जान ਲਈ खड़ा होया। साहब कहाँ सुनीता, कहाँ ये, बंबई जाए तो मुझे बताना। कुछ चिर मगरों मैनू पता लगा रंगानाथन शर्मा कोलों चला गया सी, ਉਹਨੂੰ ਕਿਤੇ ਪੱਕੀ ਨੌਕਰੀ ਮਿਲ ਗਈ ਸੀ। ਫਿਰ ਇੱਕ ਦਿਨ ਅਚਾਨਕ ਰੰਗਾਨਾਥਨ ਮੈਨੂੰ ਪਲਾਜ਼ਾ ਥੀਏਟਰ ਅੱਗੇ ਮਿਲ ਪਿਆ। ਮਿਸ ਸੁਨੀਤਾ ਦੀ ਫਿਲਮ ਸੀ ਤੇ ਪਹਿਲਾ ਦਿਨ ਮੈਂ 2 ਟਿਕਟਾਂ ਐਡਵਾਂਸ ਲਈਆਂ ਹੋਈਆਂ ਸਨ, ਪਰ ਕੋਈ ਹੋਰ ਕੰਮ ਹੋ ਜਾਣ ਕਰਕੇ ਮੋੜਨ ਆਇਆ ਸੀ ਤੇ ਲੰਮੀਆਂ ਲਾਈਨਾਂ ਲੱਗੀਆਂ ਸਨ। ਰੰਗਾਨਾਥਨ ਦਾ ਕੋਈ ਦੋਸਤ ਲਾਈਨ 'ਚ ਕਿਤੇ ਪਿੱਛੇ ਕਰਕੇ ਖੜਾ ਸੀ। ਉਹਨੂੰ ਡਰ ਸੀ ਕਿ ਸੀਟਾਂ ਦੀ ਗਿਣਤੀ ਦੇ ਹਿਸਾਬ ਖਿੜਕੀ ਅੱਗੇ ਹਾਊਸਫੁੱਲ ਲਟਕਿਆ ਕਿ ਲਟਕਿਆ। ਮੈਂ ਦੋਵੇਂ ਟਿਕਟਾਂ ਰੰਗਾਨਾਥਨ ਦੀ ਮੁੱਠੀ 'ਚ ਦੇ ਕੇ ਮਿਸ ਸੁਨੀਤਾ ਦੀ ਚਿੱਠੀ ਬਾਰੇ ਪੁੱਛਿਆ। ਉਹਨੂੰ ਜਵਾਬ ਦੀ ਉਡੀਕ ਅਜੇ ਵੀ ਸੀ, ਪਰ ਉਹ ਕੁਝ ਨਿਰਾਸ਼ ਹੋ ਗਿਆ ਲੱਗਦਾ ਸੀ। ਉਹਨੂੰ ਸ਼ੱਕ ਸੀ ਜਾਂ ਤਾਂ ਉਹਦਾ ਸਕੱਤਰ ਚਿੱਠੀ ਪੜ੍ਹ ਕੇ ਪਾੜ ਛੱਡਦਾ ਹੈ ਤੇ ਜਾਂ ਸੁਨੀਤਾ ਕਿਸੇ ਹੋਰ ਦੇ ਇਸ਼ਕ 'ਚ ਫਸੀ ਹੋਏਗੀ। ਪਰ ਅੰਤਲੀ ਗੱਲ ਨੂੰ ਆਪ ਹੀ ਕੱਟਦਿਆਂ ਬੋਲਿਆ, साहब मिस सुनीता है तो फिल्मी दुनिया का ही, मगर ऐसा लगता नहीं। रंगानाथन अपने दोस्त ਨੂੰ ਬੁਲਾ ਕੇ ਮੈਨੂੰ ਪੈਸੇ ਦੇਣਾ ਚਾਹੁੰਦਾ ਸੀ, ਪਰ ਮੈਂ ਆਪਣੇ ਹੱਥਾਂ ਨਾਲ ਉਹਦੇ ਦੋਵੇਂ ਡੋਲੇ ਘੁੱਟ ਕੇ ਮੁਸਕਰਾ ਕੇ ਆ ਗਿਆ। ਫਿਰ ਇੱਕ ਦਿਨ ਰੰਗਾਨਾਥਨ ਮੇਰੇ ਦਫ਼ਤਰ ਆਇਆ। ਮਿਸ ਸੁਨੀਤਾ ਆਪਣੀ ਇੱਕ ਫਿਲਮ ਦੇ ਪ੍ਰੀਮੀਅਰ ਉੱਤੇ ਦਿੱਲੀ ਆ ਰਹੀ ਸੀ। ਮੈਂ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕਰਕੇ ਕਿਹਾ, रंगानाथन मगर तुमने हमारी रिसेप्शनिस्ट का कुछ बताया ही नहीं। रंगानाथन ਦਾ ਜਵਾਬ ਸੁਣ ਕੇ ਮੈਨੂੰ ਹੈਰਾਨੀ ਹੋਈ। ਉਹਨੂੰ ਟੈਲੀਫੋਨ ਕਰ ਰਹੀ ਕਿਸੇ ਗੱਲੋਂ ਮੁਸਕਰਾਉਂਦੀ ਹੋਈ ਕੁਝ ਸੁਨੀਤਾ ਵਰਗੀ ਲੱਗੀ ਸੀ, ਪਰ ਉਹ ਪ੍ਰੀਮੀਅਰ ਵਾਲੇ ਦਿਨ ਸੁਨੀਤਾ ਆਈ ਹੋਏਗੀ ਤੇ ਰੰਗਾਨਾਥਨ ਸ਼ਾਇਦ ਭੀੜ 'ਚੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਰਿਹਾ ਹੋਏਗਾ। ਮੈਂ ਉੱਥੇ ਜਾ ਕੇ ਕੀ ਕਰਨਾ ਸੀ? ਇਸ ਪਿੱਛੋਂ ਰੰਗਾਨਾਥਨ ਕਿੰਨਾ ਹੀ ਚਿਰ ਮੈਨੂੰ ਨਾ ਮਿਲਿਆ। ਸ਼ਾਇਦ ਉਹ ਪ੍ਰੀਮੀਅਰ ਵਾਲੇ ਦਿਨ ਮੇਰੇ ਨਾ ਜਾਣ ਕਾਰਨ ਮੇਰੇ ਵੱਲੋਂ ਮਨ ਖੱਟਾ ਕਰ ਬੈਠਾ ਸੀ। ਤੇ ਅਚਾਨਕ ਉਹ ਇੱਕ ਦਿਨ ਫੇਰ ਮੈਨੂੰ ਗੋਲਚਾ ਦੇ ਬਾਹਰ ਖਲੋਤਾ ਦਿਸਿਆ। ਫਿਲਮ ਇਤਫਾਕਨ ਮਿਸ ਸੁਨੀਤਾ ਦੀ ਸੀ। ਮੈਂ ਦਫ਼ਤਰੋਂ ਸਿੱਧਾ ਆ ਗਿਆ ਸੀ ਤੇ ਮੇਰੀ ਪਤਨੀ ਨੇ ਘਰੋਂ ਆਉਣਾ ਸੀ ਤੇ ਮੈਂ ਉਹਦੀ ਉਡੀਕ ਕਰ ਰਿਹਾ ਸੀ ਤੇ ਰੰਗਾਨਾਥਨ ਵੀ ਕਿਸੇ ਦੀ ਉਡੀਕ 'ਚ ਲੱਗਦਾ ਸੀ ਤੇ ਮੈਂ ਕੋਲ ਜਾ ਕੇ ਪਿਆਰ ਨਾਲ ਉਹਦੇ ਦੋਵੇਂ ਮੋਢੇ ਫੜ ਕੇ ਕਿਹਾ, ਹੈਲੋ ਰੰਗਾਨਾਥਨ। ਉਹ ਬੜਾ ਉੱਡ ਕੇ ਮਿਲਿਆ। ਉਹਦਾ ਵਿਆਹ ਹੋ ਚੁੱਕਿਆ ਸੀ। ਉਹ ਵੀ ਮੇਰੇ ਵਾਂਗ ਦਫ਼ਤਰੋਂ ਸਿੱਧਾ ਆ ਗਿਆ ਸੀ ਤੇ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ। रंगानाथन शायद हम कुछ पहले ही आ गए हैं। आओ उन लोगों के आने तक कहीं चाय पी लें और बातें करें। मैं ਉਹਨੂੰ ਮੁਬਾਰਕ ਦੇਣ ਪਿੱਛੋਂ ਨਾਲ ਤੋਰਦਿਆਂ ਕਿਹਾ, ਭਾਈ ਰੰਗਾਨਾਥਨ ਸ਼ਾਦੀ ਵੇ ਬੁਲਾਇਆ ਹੀ ਨਹੀਂ, ਐਸਾ ਵੀ ਕਿਹਾ। ਮੈਂ ਉਹਨੂੰ ਰੈਸਟੋਰਾਂ ਵਿੱਚ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬਹਾਉਂਦਿਆਂ ਕਿਹਾ, ਬਸ ਸਾਹਿਬ ਸਭ ਕੁਝ ਜਲਦੀ ਮੇਂ ਹੋ ਗਿਆ। ਉਹਦੇ ਚਿੱਟੇ ਦੰਦ ਕੁਝ ਮੋਟੇ ਬੁੱਲਾਂ ਹੇਠੋਂ ਹੱਸ ਰਹੇ ਸਨ ਤੇ ਰੰਗਾਨਾਥਨ ਨੇ ਦੱਸਿਆ ਕਿ ਉਹਦੇ ਵੱਡੇ ਭਾਈ ਦੀ ਬਦਲੀ ਦਿੱਲੀ ਦੀ ਹੋ ਗਈ ਸੀ ਤੇ ਉਹ ਆਰ ਕੇ ਪੁਰਮ ਵਾਲਾ ਕਿਸੇ ਦੇ ਕੁਆਟਰ ਦਾ ਕਮਰਾ ਛੱਡ ਕੇ ਉਸੇ ਨਾਲ ਰਹਿਣ ਲੱਗ ਪਿਆ ਸੀ। ਗਰਮੀਆਂ ਦੀਆਂ ਛੁੱਟੀਆਂ 'ਚ ਉਹਦੇ ਭਾਈ ਦੀ ਇੱਕ ਸਾਲੀ ਲਲਿਤਾ ਪੜ੍ਹਾਈ ਮੁਕਾ ਕੇ ਉਹਨਾਂ ਕੋਲ ਆਈ ਸੀ। ਰੰਗਾਨਾਥਨ ਨੇ ਉਸ ਕੁੜੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਤੇ ਸਧਾਰਨ ਕੁੜੀ ਆਮ ਕੁੜੀਆਂ ਵਰਗੀ। ਤੇ ਕਈ ਵਾਰ ਰੰਗਾਨਾਥਨ ਦੀ ਭਾਬੀ ਨੇ ਜੋ ਕੁਝ ਕਹਿਣਾ ਹੁੰਦਾ ਉਹ ਆਪ ਆਉਣ ਦੀ ਥਾਂ ਲਲਿਤਾ ਨੂੰ ਭੇਜ ਦਿੰਦੀ। ਉਹ ਫਿਲਮੀ ਅਖਬਾਰ ਰਸਾਲੇ 'ਚ ਡੁੱਬਿਆ ਬਿਨਾਂ ਵੇਖਿਆ ਗੱਲ ਦਾ ਜਵਾਬ ਦੇ ਦਿੰਦਾ ਤੇ ਕਈ ਵਾਰ ਲਲਿਤਾ ਨੇ ਬਾਜ਼ਾਰੋਂ ਕੁਝ ਲੈਣ ਜਾਣਾ ਹੁੰਦਾ ਤਾਂ ਰੰਗਾਨਾਥਨ ਦਾ ਭਾਈ ਉਹਨੂੰ ਮੱਲੋ ਜ਼ੋਰੀ ਨਾਲ ਭੇਜ ਦਿੰਦਾ। ਉਹ ਚੁੱਪਚਾਪ ਨਾਲ ਤੁਰਿਆ ਜਾਂਦਾ, ਚੁੱਪਚਾਪ ਨਾਲ ਮੁੜਿਆ ਆਉਂਦਾ। ਇੱਕ ਐਤਵਾਰ ਰੰਗਾਨਾਥਨ ਦੀ ਭਾਬੀ ਨੇ 2 ਟਿਕਟਾਂ ਦੇ ਕੇ ਉਹਨੂੰ ਕਿਹਾ ਕਿ ਉਹ ਲਲਿਤਾ ਨੂੰ ਫਿਲਮ ਦਿਖਾ ਲਿਆਵੇ। ਉਹ ਇੱਥੇ ਆ ਕੇ ਫਿਲਮ ਨੂੰ ਤਰਸੀ ਪਈ ਸੀ ਤੇ ਰੰਗਾਨਾਥਨ ਦੇ ਭਾਈ ਤੇ ਭਰਜਾਈ ਨੂੰ ਵੇਲ ਨਹੀਂ ਸੀ। ਉਹਨੂੰ ਕਿਸੇ ਕੁੜੀ ਨਾਲ ਫਿਲਮ ਦੇਖਣ ਜਾਣਾ ਬੜਾ ਅਜੀਬ ਲੱਗਿਆ, ਪਰ ਫਿਲਮ ਮਿਸ ਸੁਨੀਤਾ ਦੀ ਸੀ। ਉਹ ਤਾਂ ਆਪ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਤੇ ਦੋਵੇਂ ਮਿਸ ਸੁਨੀਤਾ ਦੀ ਫਿਲਮ ਵੇਖਣ ਚਲੇ ਗਏ। ਮਿਸ ਸੁਨੀਤਾ ਦੀ ਫਿਲਮ ਤੇ ਰੰਗਾਨਾਥਨ ਸਕਰੀਨ ਤੋਂ ਧਿਆਨ ਲੰਬੇ ਨਹੀਂ ਸੀ ਕਰ ਰਿਹਾ, ਪਰ ਉਹਨੂੰ ਕਈ ਵਾਰ ਲੱਗਿਆ ਜਿਵੇਂ ਲਲਿਤਾ ਸਕਰੀਨ ਦੀ ਥਾਂ ਉਸ ਵੱਲ ਵੇਖ ਰਹੀ ਹੋਵੇ। ਇੰਟਰਵਲ 'ਚ ਰੰਗਾਨਾਥਨ ਚੁੱਪਚਾਪ ਆਪਣੀ ਸੀਟ ਉੱਤੇ ਬੈਠਾ ਰਿਹਾ। ਲਲਿਤਾ ਨੇ ਉਹਦਾ ਹੱਥ ਫੜ ਕੇ ਕੋਕਾ ਕੋਲਾ ਪੀਣ ਲਈ ਕਿਹਾ। ਰੰਗਾਨਾਥਨ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਤੇ ਉਹਨੇ ਹੱਥ ਕੇ ਚੱਲਿਆ। ਕੋਕਾ ਕੋਲਾ ਪੀ ਕੇ ਮੁੜੇ ਤਾਂ ਫਿਲਮ ਸ਼ੁਰੂ ਹੋ ਚੁੱਕੀ ਸੀ। ਪਿਛਲੇ ਅੱਧ 'ਚ ਫੇਰ ਕਈ ਵਾਰ ਰੰਗਾਨਾਥਨ ਨੂੰ ਲੱਗਿਆ ਜਿਵੇਂ ਲਲਿਤਾ ਉਸ ਵੱਲ ਹੀ ਵੇਖ ਰਹੀ ਹੋਵੇ। ਉਹਦਾ ਅੱਖਾਂ ਮੋੜ ਕੇ ਲਲਿਤਾ ਵੱਲ ਵੇਖਣ ਨੂੰ ਦਿਲ ਕੀਤਾ, ਪਰ ਉਹ ਫਿਲਮ ਵੇਖਦਾ ਰਿਹਾ। ਸਿਨੇਮੇ 'ਚੋਂ ਨਿਕਲ ਕੇ ਉਹ ਇੱਕ ਪਾਰਕ 'ਚ ਜਾ ਬੈਠੇ। ਸੂਰਜ ਮੱਠਾ ਪੈ ਚੁੱਕਿਆ ਸੀ। ਉਹ ਇੱਕ ਸੰਘਣੇ ਬੂਟੇ ਦੀ ਓਟ 'ਚ ਬੈਠੇ ਸਨ। ਲਲਿਤਾ ਨੇ ਰੰਗਾਨਾਥਨ ਦੇ ਦੋਵੇਂ ਹੱਥ ਘੁੱਟ ਕੇ ਕਿਤੋਂ ਡੂੰਘੀ ਨਿਕਲਦੀ ਆਵਾਜ਼ 'ਚ ਪੁੱਛਿਆ, ਰੰਗਾਨਾਥਨ ਮੈਨੂੰ ਆਇਆ ਇੰਨੇ ਦਿਨ ਹੋ ਗਏ, ਤੂੰ ਅੱਖ ਚੁੱਕ ਕੇ ਵੀ ਨਹੀਂ ਵੇਖਿਆ, ਇੰਨੀ ਬੇਰੁਖੀ ਵੀ ਕੀ ਕਹਿ। ਰੰਗਾਨਾਥਨ ਨੇ ਲਲਿਤਾ ਵੱਲ ਵੇਖਿਆ। ਜਿਉਂ ਜੀ ਘਰੇ ਤੁਰੀ ਫਿਰਦੀ ਉਹਨੇ ਵੇਖੀ ਸੀ ਉਹ ਉਸ ਤਰ੍ਹਾਂ ਦੀ ਤਾਂ ਨਹੀਂ ਸੀ। ਉਹਦਾ ਰੰਗ ਪੱਕਾ ਸੀ, ਪਰ ਪੱਕਾ ਕਿੱਥੇ ਸੀ।
ਬਿਲਕੁਲ ਸੁਨੀਤਾ ਵਰਗਾ ਸੀ। ਉਹਦੀਆਂ ਅੱਖਾਂ ਉਹ ਆਮ ਵਰਗੀਆਂ ਸਮਝਦਾ ਰਿਹਾ ਸੀ, ਪਰ ਉਹ ਤਾਂ ਸੁਨੀਤਾ ਵਰਗੀਆਂ ਮੋਟੀਆਂ-ਮੋਟੀਆਂ ਸਨ। ਉਹਦਾ ਨੱਕ ਉਹਨੂੰ ਜ਼ਰਾ ਕੁ ਫੈਲਵਾਂ ਲੱਗਦਾ ਰਿਹਾ ਸੀ, ਪਰ ਉਹ ਤਾਂ ਸੁਨੀਤਾ ਦੇ ਨੱਕ ਵਰਗਾ ਤਿੱਖਾ ਸੀ। ਤੇ ਉਹਦੇ ਬੁੱਲ, ਉਹਦੀ ਮੁਸਕਾਨ, ਸਭ ਕੁਝ ਸੁਨੀਤਾ ਵਾਂਗ ਹੀ ਤਾਂ ਸੀ। ਲਲਿਤਾ ਰੰਗਾਨਾਥਨ ਦੇ ਹੱਥ ਘੁੱਟ ਕੇ ਜਵਾਬ ਉਡੀਕਦੀ ਚੁੱਪਚਾਪ ਬੈਠੀ ਸੀ ਤੇ ਰੰਗਾਨਾਥਨ ਦੀਆਂ ਅੱਖਾਂ ਉਹਦੇ ਚਿਹਰੇ ਉੱਤੇ ਲੱਗੀਆਂ ਹੋਈਆਂ ਸਨ। ਉਹਦੇ ਸਾਹਮਣੇ ਜਿਵੇਂ ਮੋਮ ਦੀ ਢੇਰੀ ਹੋਵੇ, ਜਿਸ ਉੱਤੇ ਕੁਝ ਪੰਗਰ ਕੇ ਹੇਠੋਂ ਨਵੇਂ ਨਕਸ਼ ਨਿਕਲ ਰਹੇ ਹੋਣ। ਰੰਗਾਨਾਥਨ ਦੀਆਂ ਅੱਖਾਂ ਚਮਕ ਉੱਠੀਆਂ ਤੇ ਉਹਨੇ ਆਪਣੇ ਹੱਥ ਲਲਿਤਾ ਦੇ ਹੱਥਾਂ 'ਚੋਂ ਖਿੱਚ ਕੇ ਉਹਦੇ ਹੱਥ ਘੁੱਟੇ। ਔਰ ਫਿਰ ਸਾਹਬ तो हमारा शादी हो गया? रंगानाथन ने गल मुकाई। मैं बुत बनया ਉਹਦੇ ਮੂੰਹ ਉੱਤੇ ਅੱਖਾਂ ਗੱਡੀ ਸੁਣਦਾ ਰਿਹਾ ਸੀ। बहुत खूब रंगानाथन, एक बार फिर मुबारक। ਤੇ ਮੈਂ ਉਹਨੂੰ ਤੁਰਨ ਲਈ ਕਿਹਾ, चलो चले, वो लोग आ गए होंगे। मेरी पत्नी बाहर रेलिंग कोल खड़ी सी। मैं ਉਹਨੂੰ रंगानाथन नाल मिलाया। रंगानाथन ने दूर खड़ी दूजे पासे वेखदी एक मुटियार वल मूँह करदियां कहा, साहब मैं अपनी पत्नी को अभी आपसे मिलाता हूँ। तो फिर उन्हें आवाज़ दी, सुनीता। सुनीता इधर आ रही सी। मैं मुस्कुरा के रंगानाथन वल वेख्या। वो मेरी गल समझ के बोलिया, साहब ललिता मुझे सुनीता से इतना मिलता जुलता लगता है, मैं तो इसे सुनीता ही कहता हूँ। ते कुड़ी साडे वल आ रही सी। कुछ पक्का रंग, सधारण नैन नक्श, बुल्लां उत्ते मुस्कुराहट, कुड़ी जो ललिता सी पर जो सुनीता भी सी। धन्यवाद। अगली कहानी, कस्तूरी वाला मिर्ग। मेरा कोई मेहमान आया है। शशि जरा ना तो पुछ के दस, मैं रिसैप्शनिस्ट कुड़ी नूं आखदा। कुछ सकिंट मेहमान नाल गल करके शशि दसदी है, सरदार उत्तम सिंह संधू। अच्छा, उन्हां नूं कह रिसैप्शन च बैठन, मैं 5 मिनट च आया। मैं उन्होंने जवाब दिना, अजे कल ही तां उन्हां नूं विदा कीता है, अज वो फिर आ गए। पता नहीं हुण वो की कहण आए है। सरदार उत्तम सिंह संधू ने कुछ साल पहलां पिंड वाली जमीन का एक हिस्सा वेच के यूपी च सस्ती जमीन लै लई सी, कौडियां दे भाव। हौली हौली वो जमीन चंगी फसल देन लगी ते सारा इलाका आबाद होण लग पिया। सरदार उत्तम सिंह संधू पिंड वाली जमीन वेचते रहे ते यूपी च जमीन खरीदते रहे ते फिर पिंड च उन्हां दा जद्दी मकान रह गया ते मसां इन्नी कुछ जमीन ही बाकी रह गई कि पुरखियां दे पिंड नाल उन्हां दा बस नाता जुड़िया रहे। हुण उन्हां दी नवीं जमीन यूपी वाला जमीन दा कोई झगड़ा खड़ा हो गया ते वो समझदे है कि मैं उन्हां लई सहाई हो सकदा। झगड़ा भी उन्हां दा किसी होर नाल नहीं, अपने परिवार नाल, अपने पुत्रां नाल है जो उन्हां दे कहण अनुसार हरामजादे गुंडे हन। मैनूं ये भी पता नहीं कि उन्हां दे किन्ने पुत्र हन, किस उम्र दे हन, की कुछ करदे हन ते किहो जे हन। वो सचमुच हरामजादे गुंडे हन जां इन्हां दियां नज़रां विच ही अजिहे हन। भला अजिही सूरत विच मैं उन्हां दी की मदद कर सकदा? असल गल तां इह है कि जे मैनूं सब कुछ पता भी होवे तां भी मैं उन्हां दी की मदद कर सकदा। पर सरदार उत्तम सिंह संधू दा ख्याल है कि मैं अजिहा आदमी हां जो गल नूं जरूर ही किसी सिरे ला सकदा। मेरे दिल्ली आउण तो पिछों 2 सालां च मेरा अपने पिंड आउणा जाणा बड़ा ही घट गया है। बस किसी विआह शादी जां किसी मरने परने ते दिल्ली आउण तो पहलां भी किन्ने ही सालां तो मेरा पिंड नाल बहुता संघना संबंध नहीं सी रिहा। मैं बहुता समां पिंडों बाहर ही रिहा सी, पहलां पढ़ाई कारण ते फिर नौकरी कारण। ते पिंड भी साडा बड़ा वड्डा है, 22 नंबरदारियां हन साडे पिंड दियां ते इन्ने वड्डे पिंड दी हालत तां शहर वाली हो जांदी है। बिना लोड़ तो कौन किहनूं जाणदा ते बस अपनी पत्ती दे लोकां नाल ही वाह रहिंदा है। ਵਿਆਹ ਸਾਹੇ 'ਚ ਸ਼ਾਮਲ ਹੋਣਾ ਤੇ ਪੱਤੀ ਵਾਲਿਆਂ ਨੇ, ਦੁੱਖ ਦੇ ਸੁੱਖ ਦੇ ਬੋੜਨਾ ਤਾਂ ਪੱਤੀ ਵਾਲਿਆਂ ਨੇ। ਦੂਜੀਆਂ ਪੱਤੀਆਂ ਦੇ ਲੋਕ ਤਾਂ ਦੂਜੇ ਪਿੰਡਾਂ ਵਰਗੇ ਹੋ ਜਾਂਦੇ ਨੇ ਤੇ ਸਰਦਾਰ ਉੱਤਮ ਸਿੰਘ ਸੰਧੂ ਦਾ ਘਰ ਤਾਂ ਸਾਡੇ ਸਾਥੋਂ ਬਿਲਕੁਲ ਦੂਜੇ ਪਾਸੇ ਹੈ। ਅਸੀਂ ਸੇਖੋਂ ਦੀ ਪੱਤੀ 'ਚ ਵਾਂ ਤੇ ਉਹ ਸੰਧੂਆਂ ਦੀ ਪੱਤੀ 'ਚ। ਤੇ ਸਰਦਾਰ ਉੱਤਮ ਸਿੰਘ ਸੰਧੂ ਨਾਲ ਮੇਰਾ ਪਹਿਲਾ ਨਿੱਜੀ ਵਾਹ ਉਸ ਸਮੇਂ ਪਿਆ ਜਦੋਂ ਮੈਂ MA ਪਾਸ ਕੀਤਾ। ਏਡੇ ਵੱਡੇ ਪਿੰਡ 'ਚ ਮੈਂ MA ਪਾਸ ਕਰਨ ਵਾਲਾ ਪਹਿਲਾ ਨੌਜਵਾਨ ਸੀ। ਪਹਿਲੀ ਤੋਂ ਹੀ ਸ਼ੁਰੂ ਕਰਕੇ ਹਰ ਜਮਾਤ ਵਿੱਚੋਂ ਮੁੰਡੇ ਵੱਡੀ ਗਿਣਤੀ 'ਚ ਝੜਦੇ ਜਾਂਦੇ ਸੀ। ਆਖਰ ਪਿੰਡ ਦੇ ਮਿਡਲ ਸਕੂਲ 'ਚੋਂ ਮੁਸ਼ਕਲ ਨਾਲ 20-25 ਮੁੰਡੇ ਹੀ ਪਾਸ ਹੋ ਕੇ ਨਿਕਲਦੇ ਸਨ। ਉਹਨਾਂ 'ਚੋਂ ਅੱਧ-ਪਚਾਧੀ ਸ਼ਹਿਰ ਦੇ ਹਾਈ ਸਕੂਲ 'ਚ ਪੁੱਜਦੇ ਤੇ ਫਿਰ ਮੈਟ੍ਰਿਕ 'ਚੋਂ ਪਾਸ ਫੇਲ ਹੋ ਕੇ ਮੁੰਡੇ ਜ਼ਿੰਦਗੀ ਦੇ ਵੱਖ-ਵੱਖ ਰਾਹਾਂ ਉੱਤੇ ਪੈ ਜਾਂਦੇ। ਕੋਈ ਖੇਤੀ 'ਚ, ਕੋਈ ਪਟਵਾਰੀ, ਕੋਈ ਅਧਿਆਪਕ, ਕੋਈ ਫੌਜ ਵਿੱਚ ਤੇ ਕੋਈ ਟਾਵਾਂ-ਟਾਵਾਂ ਕਾਲਜ 'ਚ ਵੀ ਚਲਾ ਜਾਂਦਾ। ਪਰ MA ਕਰਨ ਵਾਲਾ ਮੈਂ ਪਹਿਲਾ ਮੁੰਡਾ ਸੀ। MA ਪਾਸ ਕਰਨ ਦਾ ਚਾਅ ਤੇ ਮਾਣ ਤਾਂ ਮੈਨੂੰ ਵੀ ਬੜਾ ਸੀ, ਪਰ ਉਹਨਾਂ ਨੇ ਜਿੰਨਾ ਸਰਦਾਰ ਉੱਤਮ ਸਿੰਘ ਸੰਧੂ ਨਾਲ ਮਿਲਣ ਪਿੱਛੋਂ ਮੈਂ ਮਹਿਸੂਸ ਕੀਤਾ। ਪਹਿਲੇ ਮੁੰਡੇ ਦਾ MA ਪਾਸ ਕਰਨਾ ਪਿੰਡ 'ਚ ਇੱਕ ਖਬਰ ਜੀ ਬਣ ਗਿਆ ਤੇ ਅਗਲੇ ਦਿਨ ਸਰਦਾਰ ਉੱਤਮ ਸਿੰਘ ਸੰਧੂ ਮੈਨੂੰ ਮਿਲਣ ਲਈ ਸਾਡੇ ਘਰ ਆਏ। ਘੁੱਟਵਾਂ ਚੂੜੀਦਾਰ ਚਿੱਟਾ ਪਜਾਮਾ ਤੇ ਚਿੱਟੇ ਕਮੀਜ਼ ਉੱਤੋਂ ਦੀ ਟਸਰ ਦਾ ਲੰਮਾ ਕੋਟ, ਦਾੜੀ 2 ਹਿੱਸਿਆਂ 'ਚ ਵੰਡ ਕੇ ਦੋਵੇਂ ਜਬਾੜਿਆਂ ਹੇਠ 2 ਗੁੱਟੀਆਂ 'ਚ ਬੰਨੀ ਹੋਈ ਤੇ ਸਿਰ ਉੱਤੇ ਪੀਲੀ ਖਾਲਸਾਈ ਪੱਗ, ਹੱਥ 'ਚ ਖੂੰਡੀ। ਉਹ ਮੈਨੂੰ ਵਧਾਈ ਦੇਣ ਆਏ ਸਨ।
ਉਹਨਾਂ ਦੇ ਕਹਿਣ ਮੁਤਾਬਕ ਮੈਂ ਪਿੰਡ ਦਾ ਨਾਮ ਬੁਲੰਦ ਕੀਤਾ ਸੀ ਤੇ ਤਾਲੀਮ ਦੇ ਮੈਦਾਨ 'ਚ ਕਾਰਨਾਮਾ ਕਰ ਦਿਖਾਇਆ ਸੀ। ਉਹਨਾਂ ਦੀ ਗੱਲ ਨਾਲ ਮੈਨੂੰ ਵੀ ਜਿਵੇਂ ਚੇਤਾ ਜਿਹਾ ਆ ਗਿਆ ਕਿ ਮੇਰੇ ਲਈ ਪਿੰਡ 'ਚੋਂ ਪਹਿਲਾ MA ਪਾਸ ਹੋਣਾ ਬੜੇ ਮਾਣ ਵਾਲੀ ਗੱਲ ਹੈ। ਸਰਦਾਰ ਉੱਤਮ ਸਿੰਘ ਸੰਧੂ ਆਪ ਪੁਰਾਣੇ ਪ੍ਰਾਇਮਰੀ ਪਾਸ ਸਨ। ਤੌੜੀ ਦਾ ਤੱਤਾ ਕੜਿਆ ਹੋਇਆ ਦੁੱਧ ਪੀਣ ਮਗਰੋਂ ਉਹਨਾਂ ਨੇ ਮੇਰੀ ਸਫਲਤਾ ਦਾ ਸ਼ਗਨ ਮਨਾਉਣ ਲਈ ਮੰਗ ਕੇ ਗੁੜ ਦੀ ਰੋੜੀ ਲਈ ਸੀ ਤੇ ਕਿੰਨਾ ਹੀ ਚਿਰ ਮੇਰੀ ਵਡਿਆਈ, ਤਾਲੀਮ ਦੀ ਮਹਿਮਾ ਤੇ ਪਿੰਡ ਦੇ ਅਨਪੜ੍ਹ ਲੋਕਾਂ ਦੀ ਜਹਾਲਤ ਦਾ ਜ਼ਿਕਰ ਕਰਨ ਪਿੱਛੋਂ ਮੈਨੂੰ ਬੁਲੰਦ ਇਕਬਾਲ ਤੇ ਹਰ ਮੈਦਾਨ ਫਤਿਹ ਦੀਆਂ ਅਸੀਸਾਂ ਦਿੰਦੇ ਹੋਏ ਵਿਦਾ ਹੋਏ ਸਨ। ਮੈਂ ਵਿਹਲਾ ਫਿਰਨ ਨਾਲੋਂ ਸ਼ਹਿਰ ਦੇ ਆਰੀਆ ਸਕੂਲ 'ਚ ਮਿਲਿਆ ਕੰਮ ਲੈ ਕੇ ਫਿਰ ਪਿੰਡੋਂ ਬਾਹਰ ਚਲਾ ਗਿਆ ਸੀ। ਉੱਥੇ ਪੜ੍ਹਾਉਂਦਿਆਂ ਹੋਇਆਂ ਮੈਂ ਇੱਕ MA ਹੋਰ ਕਰ ਲਿਆ। ਇਸ ਦੌਰਾਨ ਮੇਰਾ ਲਿਖਣ ਲਿਖਾਉਣ ਦਾ ਸ਼ੌਕ ਤਿੱਖਾ ਹੋਇਆ। ਮੈਂ ਆਪਣੇ ਸ਼ਹਿਰ 'ਚ ਇੱਕ ਸਾਹਿਤ ਸਭਾ ਵੀ ਬਣਾਈ ਜਿਹਦਾ ਮੈਂ ਆਪ ਹੀ ਸਕੱਤਰ ਬਣ ਗਿਆ। ਮੇਰੀਆਂ ਕਵਿਤਾਵਾਂ ਅਖਬਾਰਾਂ ਰਸਾਲਿਆਂ 'ਚ ਛਪਦੀਆਂ ਰਹਿੰਦੀਆਂ ਸੀ। ਇਹਨਾਂ ਕਵਿਤਾਵਾਂ 'ਚ ਕੋਈ ਬਹੁਤੀ ਡੂੰਘਾਈ ਨਹੀਂ ਸੀ ਹੁੰਦੀ ਤੇ ਮੇਰੇ ਅੰਦਰ ਕਵੀ ਬਣਨ ਦੀ ਉਮੰਗ ਸੀ। ਮੈਂ ਆਮ ਤੌਰ ਉੱਤੇ ਪ੍ਰਚਲਿਤ ਛੰਦਾਂ 'ਚ ਕਵਿਤਾ ਲਿਖਦਾ, ਜੋ ਕਈ ਵਾਰੀ ਤਾਂ ਕਿਸੇ ਅਖਬਾਰ ਦੀ ਦਿੱਤੀ ਜਾਂ ਸਾਹਿਤ ਸਭਾ 'ਚ ਮਿਥੀ ਗਈ ਸਮੱਸਿਆ ਅਨੁਸਾਰ ਲਿਖੀ ਹੁੰਦੀ ਸੀ। ਅਜਿਹੀਆਂ ਕਵਿਤਾਵਾਂ ਪੰਜਾਬੀ ਅਖਬਾਰਾਂ ਦੇ ਐਤਵਾਰ ਦੇ ਅੰਕਾਂ 'ਚ ਛਪਦੀਆਂ ਸਨ ਤੇ ਇਸ ਤਰ੍ਹਾਂ ਹੀ ਪਿੰਡ ਦੇ ਲੋਕਾਂ ਤੱਕ ਪੁੱਜ ਜਾਂਦੀਆਂ ਸਨ। ਸਾਹਿਤ ਸਭਾ ਦੀਆਂ ਸਰਗਰਮੀਆਂ ਦੀਆਂ ਖਬਰਾਂ ਵੀ ਛਪਦੀਆਂ ਰਹਿੰਦੀਆਂ ਸਨ, ਉਹਨਾਂ ਵਿੱਚ ਵੀ ਮੇਰਾ ਨਾਂ ਹੁੰਦਾ ਸੀ। ਇਸ ਤਰ੍ਹਾਂ ਮੇਰੀਆਂ ਕਵਿਤਾਵਾਂ ਦਾ, ਮੇਰੇ ਨਾਂ ਵਾਲੀਆਂ ਖਬਰਾਂ ਦਾ ਅਖਬਾਰਾਂ 'ਚ ਛਪਣਾ ਪੰਜਾਬੀ ਪੜ੍ਹੇ ਪੇਂਡੂ ਲੋਕਾਂ ਲਈ ਬੜੀ ਵੱਡੀ ਗੱਲ ਸੀ। ਇੱਕ ਗੁਰਪੁਰਬ ਵਾਲੇ ਦਿਨ ਪਿੰਡ 'ਚ ਕੱਢੇ ਗਏ ਜਲੂਸ 'ਚ ਭਾਈ ਜੀ ਦੇ ਜ਼ੋਰ ਦੇਣ ਸਦਕਾ ਮੈਂ ਕਈ ਪੜਾਵਾਂ ਉੱਤੇ ਆਪਣੀਆਂ ਗੁਰੂ ਸਾਹਿਬ ਬਾਰੇ, ਸਿੱਖੀ ਬਾਰੇ ਤੇ ਹੋਰ ਅਜਿਹੀਆਂ ਕਵਿਤਾਵਾਂ ਸੁਣਾਈਆਂ ਤੇ ਗੁਰੂ ਜੀ ਦੇ ਜੀਵਨ ਬਾਰੇ ਆਪਣੇ ਮਨੋਰ ਵਿਚਾਰ ਵੀ ਪ੍ਰਗਟਾਏ। ਸਰਦਾਰ ਉੱਤਮ ਸਿੰਘ ਸੰਧੂ ਜਲੂਸ ਦੀ ਸਮਾਪਤੀ ਪਿੱਛੋਂ ਉੱਡ ਕੇ ਮਿਲੇ। ਉਹਨਾਂ ਨੇ ਮੈਨੂੰ ਥਾਪੀ ਦੇ ਕੇ ਸ਼ਾਬਾਸ਼ ਦਿੱਤੀ। ਉਹ ਅਖਬਾਰਾਂ 'ਚ ਮੇਰੀਆਂ ਕਵਿਤਾਵਾਂ ਪੜ੍ਹਦੇ ਰਹਿੰਦੇ ਸਨ। ਮੇਰਾ ਡਬਲ MA ਬਣਨਾ ਸੁਣ ਕੇ ਉਹਨਾਂ ਦਾ ਪ੍ਰਤੀਕਰਮ ਸੀ ਕਿ ਇਸ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਮੇਰੇ ਜਿਹੇ ਕਾਬਲ ਨੌਜਵਾਨ ਨੂੰ ਕੌਮ ਦੇ ਅਜਿਹੇ ਹੀਰੇ ਨੂੰ ਡਬਲ MA ਸ਼ਾਇਰ, ਵਿਦਵਾਨ ਤੇ ਭਾਸ਼ਣਕਾਰ ਨੂੰ ਮਾਸਟਰੀ ਕਰਨੀ ਪੈ ਰਹੀ ਸੀ ਤੇ ਉਹ ਵੀ ਕਾਰੀਆ ਸਕੂਲ 'ਚ। ਉਸ ਪਿੱਛੋਂ ਮੈਨੂੰ ਜਲੰਧਰ ਦੇ ਇੱਕ ਪੰਜਾਬੀ ਅਖਬਾਰ 'ਚ ਕੰਮ ਮਿਲ ਗਿਆ। ਇਹ ਕੰਮ ਮੇਰੇ ਲਈ ਅਗਲੀ ਤਰੱਕੀ ਵਾਸਤੇ ਪੌੜੀ ਦਾ ਇੱਕ ਡੰਡਾ ਸਿੱਧ ਹੋਇਆ। ਇਹਦੇ ਆਸਰੇ ਮੈਨੂੰ ਦਿੱਲੀ ਦੇ ਇੱਕ ਅੰਗਰੇਜ਼ੀ ਅਖਬਾਰ 'ਚ ਨੌਕਰੀ ਮਿਲ ਗਈ। ਇਸ ਸਾਰੇ ਸਮੇਂ ਦੌਰਾਨ ਸਬੱਬ ਨਾਲ ਮੇਰੀ ਸਰਦਾਰ ਉੱਤਮ ਸਿੰਘ ਸੰਧੂ ਨਾਲ ਕਦੀ ਮੁਲਾਕਾਤ ਨਾ ਹੋ ਸਕੀ। ਫਿਰ ਅਚਾਨਕ ਮੇਰੇ ਰਿਹਾਇਸ਼ੀ ਪਤੇ ਉੱਤੇ ਉਹਨਾਂ ਦੀ ਚਿੱਠੀ ਆਈ। ਚਿੱਠੀ ਬਹੁਤ ਹੱਦ ਤੱਕ ਲਗਾਂ ਕੰਨਿਆ ਤੋਂ ਮੁਕਤ ਪੰਜਾਬੀ 'ਚ ਲਿਖੀ ਸੀ। ਇਸ ਚਿੱਠੀ ਤੋਂ ਮੈਨੂੰ ਪਹਿਲੀ ਵਾਰ ਉਹਨਾਂ ਦੀ ਜ਼ਮੀਨ ਦੇ ਝਗੜੇ ਦਾ ਪਤਾ ਲੱਗਿਆ ਸੀ। ਔਖਾ ਹੋ ਕੇ ਤੇ ਅਣਸਮਝੇ ਸ਼ਬਦ ਅਨਪੜ੍ਹੇ ਛੱਡ ਕੇ ਪੜੀ ਲੰਮੀ ਚਿੱਠੀ ਵਿੱਚ ਮੈਂ ਮੋਟੀ ਇਹ ਗੱਲ ਸਮਝ ਲਈ ਸੀ ਕਿ ਉਹਨਾਂ ਦੇ ਪੁੱਤਰਾਂ ਨੇ ਉਹਨਾਂ ਦਾ UP ਵਾਲੇ ਘਰ ਜ਼ਮੀਨ 'ਚ ਵੜਨਾ ਇੱਕ ਕਿਸਮ ਦਾ ਬੰਦ ਕਰ ਦਿੱਤਾ ਹੈ ਤੇ ਉਹ ਪਿੰਡ ਵਾਲੀ ਮਾਮੂਲੀ ਜ਼ਮੀਨ ਤੇ ਗੁਜ਼ਾਰਾ ਕਰ ਰਹੇ ਹਨ। ਉਹਨਾਂ ਦੀ ਇੱਛਾ ਕਿਸੇ ਹੱਦ ਤੱਕ ਮਾਇਕ ਤੰਗੀ ਕਰਕੇ ਤੇ ਬਹੁਤੀ ਹੱਦ ਤੱਕ ਜੱਟ ਵਾਲੀ ਟੈਂ ਕਰਕੇ UP ਵਾਲੀ ਜ਼ਮੀਨ ਫੇਰ ਆਪਣੇ ਹੱਥ ਵਿੱਚ ਲੈਣ ਦੀ ਹੈ ਤੇ ਇਸ ਕੰਮ 'ਚ ਮਦਦ ਲੈਣ ਲਈ ਉਹਨਾਂ ਨੇ ਮੈਨੂੰ ਚੁਣਿਆ। ਚਿੱਠੀ 'ਚ ਉਹਨਾਂ ਨੇ ਮਦਦ ਦੀ ਸ਼ਕਲ ਵੀ ਲਿਖੀ ਹੋਈ ਸੀ। ਜਿਹੜੀ ਤਾਰੀਖ ਮੈਨੂੰ ਠੀਕ ਲੱਗੇ ਮੈਂ ਉਹਨਾਂ ਨੂੰ ਚਿੱਠੀ ਰਾਹੀਂ ਸੱਦ ਕੇ ਉਹਨਾਂ ਨਾਲ UP ਜਾਣਾ ਹੈ। ਉਹਨਾਂ ਦਾ ਕਹਿਣਾ ਸੀ ਡਿਪਟੀ ਕਮਿਸ਼ਨਰ ਨੇ ਮੇਰੇ ਆਖਿਆਂ ਸਭ ਮਾਮਲਾ ਸਿੱਧਾ ਕਰ ਦੇਣਾ। ਚਿੱਠੀ ਦੇ ਅੰਤ ਵਿੱਚ ਉਹਨਾਂ ਨੇ ਛੇਤੀ ਜਵਾਬ ਦੀ ਤਾਕੀਦ ਕੀਤੀ ਹੋਈ ਸੀ ਤੇ ਯਾਦ ਕਰਵਾਇਆ ਸੀ ਕਿ ਮੈਨੂੰ ਆਪਣਾ ਰੁਤਬਾ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਵਰਤਣਾ ਚਾਹੀਦਾ ਹੈ। ਇਹ ਚਿੱਠੀ ਇੰਨੀ ਅਜੀਬ ਸੀ ਕਿ ਇਹਦਾ ਭਲਾ ਕੀ ਜਵਾਬ ਦਿੱਤਾ ਜਾ ਸਕਦਾ ਸੀ। ਅਨਪੜ੍ਹ ਰਿਸ਼ਤੇਦਾਰਾਂ ਤੇ ਵਾਕਫਾਂ ਦੀਆਂ ਅਜੀਬ ਚਿੱਠੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਸੀ। ਕੋਈ ਮੈਥੋਂ ਵਲੈਤ ਭਜਵਾਏ ਜਾਣ 'ਚ ਮਦਦ ਮੰਗਦਾ, ਕੋਈ ਮੁੰਡੇ ਦੀ ਨੌਕਰੀ ਲਈ ਜ਼ੋਰ ਪਾਉਂਦਾ, ਕੋਈ ਵਾਰੀ ਤੋਂ ਬਿਨਾਂ ਹੀ ਰੂਸੀ ਟਰੈਕਟਰ ਲੈ ਲੈਣ ਲਈ ਆਖਦਾ। ਪਰ ਸਰਦਾਰ ਉੱਤਮ ਸਿੰਘ ਸੰਧੂ ਨੇ ਤਾਂ ਹੱਦ ਹੀ ਕਰਤੀ ਸੀ। ਮੈਂ ਉਹਨਾਂ ਨੂੰ ਨਾਲ ਲੈ ਕੇ UP ਜਾਵਾਂ, ਉੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਕਹਾਂ। ਇਹ ਚਿੱਠੀ ਪਹਿਲਾਂ ਸਾਡੇ ਘਰ 'ਚ ਹਾਸੇ ਦਾ ਕਾਰਨ ਬਣੀ, ਫਿਰ ਦੋਸਤਾਂ ਮਿੱਤਰਾਂ ਵਿੱਚ। ਜਦੋਂ ਕਦੀ 4 ਮਿੱਤਰਾਂ 'ਚ ਬੈਠਿਆਂ ਰਿਸ਼ਤੇਦਾਰਾਂ ਦੀਆਂ ਤੇ ਵਾਕਫਾਂ ਦੀਆਂ ਅਜੀਬ ਫਰਮਾਇਸ਼ਾਂ ਦੀ ਗੱਲ ਚੱਲਦੀ, ਮੇਰੇ ਵੱਲੋਂ ਕੀਤਾ ਗਿਆ ਸਰਦਾਰ ਉੱਤਮ ਸਿੰਘ ਸੰਧੂ ਦੀ ਚਿੱਠੀ ਦਾ ਜ਼ਿਕਰ ਸਭ ਨੂੰ ਫਿੱਕਾ ਪਾ ਦਿੰਦਾ। ਕੁਝ ਦਿਨਾਂ ਪਿੱਛੋਂ ਸਰਦਾਰ ਉੱਤਮ ਸਿੰਘ ਸੰਧੂ ਦੀ ਇੱਕ ਹੋਰ ਚਿੱਠੀ ਆਈ। ਪਿਛਲੀ ਵਾਰ ਲਿਫਾਫਾ ਆਇਆ ਸੀ, ਇਸ ਵਾਰੀ ਅੰਤਰਦੇਸੀ ਪੱਤਰ ਸੀ। ਉਹਨਾਂ ਨੇ ਮੇਰੇ ਜਵਾਬ ਨਾ ਦੇਣ ਦਾ ਕੋਈ ਬੁਰਾ ਨਹੀਂ ਸੀ ਮਨਾਇਆ, ਸਗੋਂ ਆਸ ਪ੍ਰਗਟ ਕੀਤੀ ਸੀ ਕਿ ਮੈਂ ਉਹਨਾਂ ਦਾ ਕੰਮ ਸਿਰੇ ਲਾਉਣ ਲਈ ਹੀ ਕੋਸ਼ਿਸ਼ ਕਰਦਾ ਰਿਹਾ ਹੋਵਾਂਗਾ ਤੇ ਉਹਨਾਂ ਨੇ ਵੱਡੇ ਆਦਮੀਆਂ ਦੇ ਰੁਝੇਵਿਆਂ ਬਾਰੇ ਆਪਣੀ ਸਮਝ ਦਾ ਜ਼ਿਕਰ ਵੀ ਕੀਤਾ ਸੀ। ਇਹ ਚਿੱਠੀ ਲਿਖਣ ਦਾ ਮੂਲ ਮੰਤਵ ਇਹਨਾਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਲਈ ਜ਼ੋਰ ਪਾਉਣਾ ਸੀ ਤੇ ਇਹ ਦੱਸਣਾ ਸੀ ਕਿ ਜੇ ਦੂਜੇ ਸੂਬੇ ਦੇ ਜੰਮਪਲ ਤੇ ਦੂਜੇ
ਧਰਮ ਨਾਲ ਸੰਬੰਧਿਤ ਡਿਪਟੀ ਕਮਿਸ਼ਨਰ ਨੂੰ ਕਹਿਣਾ ਮੈਂ ਵਾਜਬ ਨਾ ਸਮਝਦਾ ਹੋਵਾਂ ਤੇ ਸਰਦਾਰ ਫਲਾਣਾ ਸਿੰਘ ਨੂੰ ਕਹਿਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ ਹੋਏਗੀ। ਇਹ ਸਰਦਾਰ ਸਾਹਿਬ ਯੂਪੀ 'ਚ ਕਿਸੇ ਸਰਕਾਰੀ ਮਹਿਕਮੇ ਦੇ ਸਕੱਤਰ ਦੀ ਉੱਚੀ ਪਦਵੀ ਤੇ ਲੱਗੇ ਸਨ ਤੇ ਉਹਨਾਂ ਦੇ ਕਹਿਣ ਅਨੁਸਾਰ ਬੜੇ ਸੂਝਵਾਨ ਤੇ ਸਾਊ ਗੁਰਸਿੱਖ ਸਨ। ਸਰਦਾਰ ਉੱਤਮ ਸਿੰਘ ਸੰਧੂ ਦਾ ਭਰੋਸਾ ਸੀ ਕਿ ਉਹਨੇ ਸਿੱਖ ਕੌਮ ਦੇ ਮੇਰੇ ਵਰਗੇ ਹੀਰੇ ਦੀ ਕਹੀ ਗੱਲ ਕਦੇ ਵੀ ਨਹੀਂ ਸੀ ਮੋੜਨੀ ਤੇ ਪ੍ਰਤੱਖ ਹੈ ਕਿ ਮੈਂ ਇਸ ਚਿੱਠੀ ਦਾ ਵੀ ਕੋਈ ਜਵਾਬ ਨਾ ਦਿੱਤਾ ਤੇ ਪਰਸੋਂ ਅਚਾਨਕ ਸਰਦਾਰ ਉੱਤਮ ਸਿੰਘ ਸੰਧੂ ਮੇਰੇ ਘਰ ਆ ਗਏ। ਉਹ ਮੇਰੇ ਦਫ਼ਤਰੋਂ ਮੁੜਨ ਦੀ ਉਡੀਕ ਬੜੀ ਉਤਾਵਲਤਾ ਨਾਲ ਕਰਦੇ ਰਹੇ। ਉਹਨਾਂ ਨੇ ਮੇਰੀ ਲਗਾਤਾਰ ਤਰੱਕੀ ਉੱਤੇ ਖੁਸ਼ੀ ਪ੍ਰਗਟ ਕੀਤੀ ਤੇ ਥਾਪੀ ਦੇ ਕੇ ਪਿੰਡ ਦਾ ਹੀ ਨਹੀਂ ਸਗੋਂ ਸਾਰੀ ਕੌਮ ਦਾ ਨਾਂ ਉੱਚਾ ਕਰਨ ਲਈ ਮੈਨੂੰ ਮੁਬਾਰਕਾਂ ਦਿੱਤੀਆਂ। ਰਾਤ ਨੂੰ ਉਹਨਾਂ ਨੇ ਆਪਣੀ ਰਾਮ ਕਥਾ ਛੇੜ ਲਈ। ਪਤਾ ਨਹੀਂ ਕੌਣ ਉਸ ਕਹਾਣੀ ਦੇ ਪਾਤਰ ਸਨ, ਕਿੰਨੇ ਹੀ ਨਾਵਾਂ ਥਾਵਾਂ ਦਾ ਜ਼ਿਕਰ ਸੀ, ਕਿੰਨੀਆਂ ਹੀ ਘਟਨਾਵਾਂ ਦੀ ਲੜੀ ਸੀ। ਉਹਨਾਂ ਦੀ ਗੱਲ ਮੁੱਕਣ ਪਿੱਛੋਂ ਮੈਂ ਆਪਣੀ ਪੂਰੀ ਵਾਹ ਉਹਨਾਂ ਨੂੰ ਇਹ ਸਮਝਾਉਣ ਲਈ ਲਾਤੀ ਕਿ ਉਹਨਾਂ ਦੀ ਮੇਰੇ ਉੱਤੇ ਲਾਈ ਹੋਈ ਆਸ ਬਿਲਕੁਲ ਨਿਰਾਧਾਰ ਹੈ। ਮੈਂ ਉਹਨਾਂ ਦੀ ਮਦਦ ਕਰਨ ਦੇ ਕਿਸੇ ਤਰ੍ਹਾਂ ਵੀ ਸਮਰੱਥ ਨਹੀਂ ਹਾਂ ਤੇ ਮੈਂ ਤਾਂ ਕੁਝ ਵੀ ਨਹੀਂ ਹਾਂ, ਪਰ ਉਹਨਾਂ ਦੀ ਇੱਕੋ ਰੱਟ ਸੀ ਕਿ ਮੈਨੂੰ ਆਪਣਾ ਵੱਡਪਣ, ਆਪਣਾ ਅਸਰ ਰਸੂਖ ਦੂਜਿਆਂ ਦੀ ਮਦਦ ਕਰਨ ਦੇ ਲੇਖੇ ਲਾਉਣਾ ਚਾਹੀਦਾ। ਕੱਲ ਸਵੇਰੇ ਫਿਰ ਉਹ ਆਪਣੀ ਇਹੋ ਹੀ ਰੱਟ ਦੁਹਰਾਉਂਦੇ ਰਹੇ। ਇੱਕ ਇੰਨੇ ਵੱਡੇ ਅੰਗਰੇਜ਼ੀ ਅਖਬਾਰ ਦੀ ਕਲਮ ਦਾ ਮਾਲਕ ਹੋਣਾ ਤਾਂ ਉਹਨਾਂ ਦੇ ਵਿਚਾਰ ਅਨੁਸਾਰ ਮੇਰੇ ਪਹਿਲੇ ਵਾਲੇ ਗੁਣਾ ਸਦਕਾ ਬਣੀ ਹੋਈ ਮੇਰੀ ਹੈਸੀਅਤ 'ਚ ਸੋਨੇ ਤੇ ਸੁਹਾਗੇ ਵਾਲਾ ਵਾਧਾ ਹੈ। ਮੈਂ ਅਖਬਾਰ 'ਚ 4 ਸਤਰਾਂ ਲਿਖ ਕੇ ਜਿਹਦੇ ਚਾਹਾਂ ਹੋਸ਼ ਟਿਕਾਣੇ ਲਿਆ ਸਕਦਾ। ਮੈਨੂੰ ਉਹਨਾਂ ਦੀ ਬੇਸਮਝੀ ਤੇ ਅੜੀ ਉੱਤੇ ਅਕੇਵਾਂ ਵੀ ਹੋ ਰਿਹਾ ਸੀ ਤੇ ਗੁੱਸਾ ਵੀ ਆ ਰਿਹਾ ਸੀ। ਮੇਰੀ ਕੋਈ ਵੀ ਦਲੀਲ ਬੱਥਕ ਦੇ ਫੰਗਾਂ ਉੱਤੇ ਪਈ ਪਾਣੀ ਦੀ ਬੂੰਦ ਵਾਂਗ ਉਹਨਾਂ ਦੇ ਦਿਮਾਗ 'ਚ ਅਟਕ ਨਹੀਂ ਸੀ ਰਹੀ। ਪਰ ਮੈਂ ਘਰ ਆਏ ਇੱਕ ਬਜ਼ੁਰਗ ਨੂੰ ਕੀ ਆਖ ਸਕਦਾ ਸੀ। ਮੈਂ ਟਾਲ ਮਟੋਲ ਕਰਨ ਲਈ ਕੋਈ ਅਜਿਹਾ ਆਦਮੀ ਲੱਭ ਕੇ ਉਹਨਾਂ ਨੂੰ ਚਿੱਠੀ ਲਿਖਣ ਦਾ ਇਕਰਾਰ ਕੀਤਾ ਜੋ ਇਸ ਕੰਮ 'ਚ ਸਹਾਈ ਹੋ ਸਕੇ। ਮੇਰੇ ਨਾਲ ਹੀ ਤਿਆਰ ਹੋ ਕੇ ਸਰਦਾਰ ਉੱਤਮ ਸਿੰਘ ਸੰਧੂ ਤੁਰ ਪਏ। ਮੇਰੇ ਦਫ਼ਤਰ ਵਾਲੇ ਪਾਸੇ ਰਹਿੰਦੇ ਕੋਈ ਸਰਦਾਰ ਸਾਹਿਬ ਉਹਨਾਂ ਦੇ ਪ੍ਰੇਮੀ ਸਨ। ਉਹਨਾਂ ਨੂੰ ਮਿਲ ਕੇ ਉਹਨਾਂ ਨੇ ਸ਼ਾਮ ਦੀ ਗੱਡੀ ਪਰਤ ਜਾਣਾ ਸੀ ਤੇ ਹੁਣ ਸਰਦਾਰ ਉੱਤਮ ਸਿੰਘ ਸੰਧੂ ਫੇਰ ਰਿਸੈਪਸ਼ਨ 'ਚ ਬੈਠੇ ਸੀ। ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ। ਉਹ ਪੁੱਛਦੇ ਹਨ ਕਿ ਮੈਂ ਕੋਈ ਆਦਮੀ ਸੋਚਿਆ ਜਾਂ ਨਹੀਂ। ਮੈਂ ਜਵਾਬ ਦਿੰਦਾ ਕਿ ਇਹ ਕੰਮ ਇੰਨੀ ਛੇਤੀ ਹੋਣ ਵਾਲਾ ਨਹੀਂ ਹੈ। ਹੌਲੀ ਹੌਲੀ ਸੋਚ ਕੇ ਹੀ ਕੋਈ ਤੰਦ ਲੱਭੀ ਜਾ ਸਕਦੀ ਹੈ। ਜੇ ਪੁੱਤਰ ਤੂੰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ। ਉਹ ਗੱਲ ਦਾ ਤੋੜਾ ਫੇਰ ਉੱਥੇ ਹੀ ਝਾੜਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੇਰੇ ਰੁਝੇਵਿਆਂ ਦਾ ਅਹਿਸਾਸ ਹੈ ਤੇ ਉਸ ਝਿਜਕ ਦਾ ਵੀ ਜੋ ਹਰ ਵੱਡੇ ਆਦਮੀ ਨੂੰ ਕਿਸੇ ਹੋਰ ਕੋਲ ਕਿਸੇ ਕੰਮ ਲਈ ਜਾਂਦਿਆਂ ਹੁੰਦੀ ਹੈ। ਬਾਬਾ ਜੀ, ਤੁਸੀਂ ਮੇਰੀ ਬੇਨਤੀ ਸੁਣੋ, ਮੇਰੀ ਗੱਲ ਸਮਝੋ। ਮੈਂ ਵੱਡਾ ਆਦਮੀ ਨਹੀਂ ਹਾਂ। ਮੈਂ ਰੋਣ ਹਾਕਾ ਹੋ ਕੇ ਆਖਦਾ, ਤੂੰ ਕੌਮ ਦਾ ਹੀਰਾ ਹੈ, ਤੂੰ ਕਸਤੂਰੀ ਵਾਲਾ ਮਿਰਗ ਹੈ ਜੋ ਇਹ ਨਹੀਂ ਜਾਣਦਾ ਹੁੰਦਾ ਕਿ ਉਹਦੇ ਅੰਦਰ ਕਿੰਨੀ ਖੁਸ਼ਬੂ ਲੁਕੀ ਹੈ। ਉਹ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਥਾਪੜਦੇ ਹਨ। ਬਾਬਾ ਜੀ, ਮੈਂ ਸੜਕ ਉੱਤੇ ਜਾਂਦੇ ਲੱਖਾਂ ਲੋਕਾਂ 'ਚੋਂ ਇੱਕ ਹਾਂ। ਮੈਂ ਇੱਕ ਅਖਬਾਰ ਦੀ ਇੱਕ ਸੀਟ ਉੱਤੇ ਬੈਠ ਕੇ ਕਲਮ ਘਸਾਉਣ ਵਾਲੇ ਤੋਂ ਵੱਧ ਕੁਝ ਵੀ ਨਹੀਂ ਹਾਂ। ਮੈਂ ਬਹੁਤ ਛੋਟਾ ਆਦਮੀ ਹਾਂ, ਬਹੁਤ ਨਾਚੀਜ਼। ਮੈਂ ਕਾਲਾ ਪੈ ਜਾਂਦਾ। ਇਸੇ ਵਿੱਚ ਹੀ ਤੇਰੀ ਵਡਿਆਈ ਹੈ ਬੇਟਾ। ਸਰਦਾਰ ਉੱਤਮ ਸਿੰਘ ਸੰਧੂ ਮੁਸਕਰਾਉਂਦੇ ਹੋਏ ਮੇਰਾ ਮੋਢਾ ਥਾਪੜਦੇ ਹਨ। ਸਹੀ ਮਾਨਿਆਂ 'ਚ ਵੱਡਾ ਆਦਮੀ ਆਪਣੇ ਆਪ ਨੂੰ ਛੋਟਾ ਤੇ ਨਾਚੀਜ਼ ਹੀ ਕਹਿੰਦਾ ਹੁੰਦਾ ਹੈ। ਗੁਰੂ ਸਾਹਿਬ ਲਿਖ ਕੇ ਆਏ ਆ ਨਾ, ਉਹ ਨਿਵੇ ਜੋ ਗੌਰਾ ਹੋਏ। ਤੁਸੀਂ ਨਹੀਂ ਗੱਲ ਸਮਝਦੇ। ਮੈਂ ਬੇਵੱਸ ਹੋ ਕੇ ਸਿਰ ਮਾਰਦਿਆਂ ਇੰਨਾ ਹੀ ਆਖਦਾ, ਅੱਛਾ ਇੱਕ ਹੋਰ ਕੰਮ ਕਰ ਬੇਟਾ। ਮੈਨੂੰ ਦੂਜੇ ਸੂਬੇ ਦੇ ਅਫਸਰਾਂ ਕੋਲ ਜਾਣ ਤੋਂ ਤੇਰੀ ਝਿਜਕ ਦਾ ਅਹਿਸਾਸ ਹੈ। ਇਹ ਅਫਸਰ ਹੁੰਦੇ ਵੀ ਤੁੱਛ ਲੋਕ ਹੀ ਨੇ। ਕੱਲ ਨੂੰ ਆਪਣੇ ਕੰਮਾਂ ਲਈ ਤੈਨੂੰ ਤੰਗ ਕਰਨਾ ਸ਼ੁਰੂ ਕਰ ਦੇਣਗੇ। ਜਾਪਦਾ ਉਹ ਕਿਸੇ ਤਰੀਕੇ ਨਾਲ ਮੇਰਾ ਪਿੱਛਾ ਛੱਡਣ ਲੱਗੇ ਆ। ਦੱਸੋ, ਮੈਂ ਕੁਝ ਉਤਸ਼ਾਹ ਨਾਲ ਪੁੱਛਦਾ। ਤੇਰੇ ਲਈ ਖੱਬੇ ਹੱਥ ਦਾ ਕੰਮ ਹੈ। ਉਹ ਖੱਬੇ ਹੱਥ ਦੇ ਅੰਗੂਠੇ ਤੇ ਵਿਚਕਾਰਲੀ ਉਂਗਲੀ ਨਾਲ ਚੁਟਕੀ ਮਾਰਦੇ ਹਨ। ਤੂੰ ਟੈਲੀਫੋਨ ਘੁਮਾ ਕੇ ਕਰ ਸਕਦਾ। ਹੁਣ ਉਹ ਪਤਾ ਨਹੀਂ ਕੀ ਬੁਝਾਰਤ ਪਾ ਰਹੇ ਹੈ। ਮੈਂ ਅਬੋਲ ਅਵਾਕ ਉਹਨਾਂ ਦੇ ਚਿਹਰੇ ਵੱਲ ਦੇਖ ਰਿਹਾ। ਉਹ ਕੁਝ ਸਕਿੰਟ ਚੁੱਪ ਰਹਿ ਕੇ ਮੇਰਾ ਹੱਥ ਘੁੱਟਦੇ ਆਖਦੇ ਹਨ, ਤੂੰ ਆਪ ਕਿਤੇ ਨਾ ਜਾ, ਬਸ ਮੈਨੂੰ ਯੂਪੀ ਦੇ ਮੁੱਖ ਮੰਤਰੀ ਦੇ ਨਾਂ ਇੰਦਰਾ ਗਾਂਧੀ ਦੀ ਚਿੱਠੀ ਲਿਆ ਦੇ। ਮੇਰਾ ਉਹਨਾਂ ਤੋਂ ਹੱਥ ਛੁਡਵਾ ਕੇ ਨੇੜੇ ਦੀ ਕੰਧ 'ਚ ਮੱਥਾ ਮਾਰਨ ਨੂੰ ਜੀ ਕਰਦਾ ਹੈ, ਪਰ ਸਰਦਾਰ ਉੱਤਮ ਸਿੰਘ ਸੰਧੂ ਮੇਰਾ ਹੱਥ ਹੋਰ ਜ਼ੋਰ ਨਾਲ ਘੁੱਟ ਕੇ ਆਖ ਰਹੇ ਹਨ, ਬਸ ਇੰਦਰਾ ਤੋਂ ਇਹ 4 ਲਫ਼ਜ਼ ਲਿਖਵਾਉਣੇ ਹਨ ਕਿ ਸਰਦਾਰ ਉੱਤਮ ਸਿੰਘ ਸੰਧੂ ਆਪਣਾ ਆਦਮੀ। ਧੰਨਵਾਦ।